ਫਿਰ ਕੀ ਮੰਨਦੇ ਹੋ ਵੀ ਕੋਈ ਕੁਦਰਤੀ ਤਾਕਤ ਹੈ, ਪੰਜਾਬ ਦੇ ਦੇਸ਼ ਦੇ ਲੋਕ ਇੰਨੇ ਸੁਜੱਗ ਹੋ ਗਏ ਆ, ਜਾਂ ਕੋਈ ਅਚਾਨਕ ਇਹੋ ਜਿਹੀ ਲਹਿਰ ਚੱਲੀ ਆ ਵੀ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਆ ਵੀ ਯਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਵੀ ਕੱਢ ਕੇ ਲੈ ਗਏ? ਉਹ ਇਸ ਤਰ੍ਹਾਂ ਦਾ ਵਰਤਾਰਾ ਕਦੀ ਦੇਖਿਆ ਨਹੀਂ। ਬਿਨਾਂ ਕੁਦਰਤ ਦੀ ਮਿਹਰ ਦੇ ਜਾਂ ਕੁਦਰਤ ਦੇ ਕ੍ਰਿਸ਼ਮੇ ਤੇ ਬਿਨਾਂ ਇਦਾਂ ਹੋ ਨਹੀਂ ਸਕਦਾ। ਸਭ ਦਾ ਇੱਕੋ ਸਵਾਲ ਆ ਵੀ ਕਿੰਨੀ ਕੁ ਦੇਰ ਤੁਹਾਨੂੰ ਲੱਗਦਾ ਵੀ ਉਹ ਅੜੇ ਰਹਿਣਗੇ? ਬੜਾ ਸਪਸ਼ਟ ਜੀ ਸ਼ਬਦਾਂ 'ਚ ਪਿਛਲੀ ਮੀਟਿੰਗ 'ਚ ਮੈਂ ਕਿਹਾ ਸੀ ਵੀ ਇਹਨਾਂ ਦਾ ਮਨ ਹੈ ਨਹੀਂ। ਇਹ ਵੀ ਅੰਦੋਲਨ ਨੂੰ ਤੁਸੀਂ ਕੀ ਮੰਨਦੇ ਹੋ, ਦਬਾਉਣ ਦੀਆਂ ਕੋਸ਼ਿਸ਼ਾਂ ਨੇ, ਕੁਝ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ? ਭਾਜਪਾ ਉਖੜ ਚੁੱਕੀ ਆ ਅੰਦਰੋਂ, ਬਹੁਤ ਡਰੇ ਹੋਏ ਆ। ਮੈਂ ਉਹਨਾਂ ਨੂੰ ਹਰ ਮੀਟਿੰਗ 'ਚ ਦੇਖਦਾ, ਉਹ ਪੈਰਾਂ ਤੋਂ ਖੜੇ ਹੋਏ ਆ। ਕੁਝ ਕਿਸਾਨ ਆਗੂ ਆ ਜਿਹੜੇ ਉਹ ਗੱਲ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਜੀ ਕਿ ਸ਼ਾਂਤਮਈ ਰਹਿਣਾ, ਆਪਾਂ ਸ਼ਾਂਤਮਈ ਰਹਿਣਾ, ਵੀ ਆਪਾਂ ਟਰੈਕਟਰਾਂ ਨੂੰ ਅੰਦਰ ਮੱਥਾ ਟਿਕਵਾਉਣ ਜਾਣਾ। ਜੇ ਤਾਂ ਤੁਸੀਂ ਸ਼ਾਂਤਮਈ ਰਹਿ ਗਏ ਤਾਂ ਕਿਸਾਨ ਜਿੱਤ ਗਿਆ, ਜੇ ਤੁਸੀਂ ਹਿੰਸਕ ਹੋ ਗਏ ਤਾਂ ਮੋਦੀ ਜਿੱਤ ਗਿਆ। ਫਿਰ ਬੀਜੇਪੀ ਦੇ ਆਗੂ ਚੱਕ ਕੇ ਨੇਤਾਵਾਂ ਨੂੰ ਅੰਦਰ ਕਰ ਦੇਣ, ਇਹ ਬਾਹਰ ਛੁੱਟ ਕੇ ਆਉਣ, ਪਿੰਡਾਂ ਵੱਲ ਜਾਣ, ਗਲਾਂ 'ਚ ਹਾਰ ਪੈਣ, ਸਵਾਗਤ ਹੋਵੇ, ਇਹ ਨੇਤਾ ਬਣ ਜਾਣ, ਇਹ ਐਦਾਂ ਹੋ ਜਾਣ। ਜੋ ਮੂੰਹ ਆਉਂਦਾ ਉਹ ਬਕੀ ਜਾਂਦੇ ਆ। ਬਲਕਿ ਅਸੀਂ 2 ਲੀਡਰਾਂ ਦਾ ਤਾਂ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ, ਕਿਉਂਕਿ ਉਹ 2 ਸਾਡੇ ਕੋਲੇ ਪੱਕੀ ਖਬਰ ਆ ਗਈ ਵੀ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਹੇ ਬਈ ਅਸੀਂ ਅੰਦੋਲਨ ਫੇਲ ਕਰਨ ਦਾ ਜ਼ਿੰਮਾ ਸਾਡਾ। ਕਿ ਇਹ ਕੋਈ ਤਾਂ ਲੋਕਤੰਤਰ ਦੇ ਖਿਲਾਫ ਆ। ਸਮਾਜਿਕ ਬਾਈਕਾਟ ਨੂੰ ਅਸੀਂ ਕਿਹੜਾ 200 ਸਾਲ ਪਹਿਲਾਂ ਵਾਲੇ ਸਮਾਜ ਦੇ ਵਿੱਚ ਰਹਿੰਦੇ ਆ? ਇਹ ਤਾਂ ਜੀ ਗਲਤ ਕੀਤਾ, ਧੱਕਾ ਹੋ ਗਿਆ ਸਾਡੇ ਨਾਲ। ਰਾਜੇਵਾਲ ਸਾਹਿਬ ਫਿਰ ਫੈਸਲਾ ਛੇਤੀ ਕਰ ਲਓ, ਨਹੀਂ ਤਾਂ ਹਾਲਾਤ ਇੰਨੇ ਖਰਾਬ ਨੇ। ਸਾਡੇ ਬੀਜੇਪੀ ਦੇ ਵਰਕਰ ਰੋ ਰੋ ਕੇ ਸਾਨੂੰ ਕਹਿੰਦੇ ਨੇ। ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਤੀ, ਉਹ 4 ਮੈਂਬਰੀ ਕਮੇਟੀ ਪਹਿਲੇ ਅੱਧੇ ਘੰਟੇ 'ਚ ਨੰਗੀ ਹੋ ਗਈ। ਹਾਲੇ ਹੋਰ ਭੱਜਣਗੇ। ਇਸ ਕਮੇਟੀ ਦੀ ਜਿਹੜੀ ਹੁੰਦੀ ਹੈ ਨਾ ਕ੍ਰੈਡੀਬਿਲਿਟੀ, ਉਹ ਤਾਂ ਰਹੀ ਨਹੀਂ। ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਵਾਰ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ, ਤੇ ਬੇਹੱਦ ਖਾਸ ਕਿਸ਼ਤ ਲੈ ਕੇ ਅਸੀਂ ਅੱਜ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਟਹਿਣਾ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਟਹਿਣਾ ਸਾਹਿਬ। ਬਹੁਤ ਮਿਹਰਬਾਨੀ ਜੀ। ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਵੀ ਅੱਜ ਤੁਸੀਂ ਇਸ ਮਾਈਕ ਨੂੰ ਤਿੰਨਾਂ ਵਰਗਾ ਸਮਝਿਓ, ਕਿਉਂਕਿ ਤਿੰਨਾਂ ਦਾ ਸਹਾਰਾ ਇਹ ਨਹੀਂ ਬਣਨਾ ਅੱਜ, ਕਿਉਂਕਿ ਥੋੜੀ ਜਿਹੀ ਕੋਈ ਤਕਨੀਕੀ ਗੜਬੜ ਆਈ ਹੈ ਜਿਹਦੇ ਕਰਕੇ ਇੱਕ ਹੁਣੇ ਮਾਈਕ ਜਵਾਬ ਦੇ ਗਿਆ। ਪਰ ਗੱਲਬਾਤ ਦਾ ਪ੍ਰਵਾਹ ਜਿਹੜਾ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ। ਤੇ ਅਸੀਂ ਇਸ ਵਕਤ ਜਦੋਂ ਸਿੰਘੂ ਬਾਰਡਰ ਦੇ ਉੱਤੇ ਆ ਤਾਂ ਬਹੁਤ ਸਾਰੇ ਖਿਆਲਾਤ ਆ ਜਿਹੜੇ ਉਹ ਜ਼ਿਹਨ ਦੇ ਵਿੱਚ ਆ, ਬਹੁਤ ਸਾਰੇ ਪ੍ਰਭਾਵ ਆ ਜਿਹੜੇ ਸਾਡੇ ਮਨ ਦੇ ਉੱਤੇ ਅਮਿਟ ਆ, ਬਹੁਤ ਸਾਰੀਆਂ ਯਾਦਾਂ ਅਸੀਂ ਲੈ ਕੇ ਜਾਂਦੇ ਹਾਂ ਤੇ ਹੋਰਾਂ ਨੂੰ ਲੈ ਕੇ ਆਉਨੇ ਜਾਗ ਲਾ ਕੇ। ਪਰ ਜਿਹੜੇ ਐਤਕੀ ਕਿਸਾਨ ਆਗੂ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੇ ਚਮਤਕਾਰੀ ਬੋਲਾਂ ਦੇ ਸਦਕਾ, ਆਪਣੀ ਪ੍ਰਭਾਵਸ਼ਾਲੀਆਂ ਤਕਰੀਰਾਂ ਦੇ ਸਦਕਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਅਮਿੱਟ ਥਾਂ ਬਣਾ ਚੁੱਕੇ ਆ। ਉਹਨਾਂ ਦੇ ਵਿੱਚੋਂ ਇੱਕ ਨੇ ਸਰਦਾਰ ਬਲਵੀਰ ਸਿੰਘ ਰਾਜੇਵਾਲ ਹੋਰੀ। ਰਾਜੇਵਾਲ ਸਾਹਿਬ ਨੇ ਪਿਛਲੇ ਦਿਨੀ ਇੱਕ ਚਿੱਠੀ ਵੀ ਲਿਖੀ ਆ ਕਿਸਾਨ ਭਰਾਵਾਂ ਦੇ ਨਾਂ ਦੇ ਉੱਤੇ, ਖੁੱਲ੍ਹੀ ਚਿੱਠੀ। ਉਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਸਮਝਾਉਣੀਆਂ ਦਿੱਤੀਆਂ। ਤੇ ਜਦੋਂ ਸਾਡੇ ਕਿਸਾਨ ਆਗੂ ਜਾਂਦੇ ਆ 40-42 ਦੀ ਗਿਣਤੀ ਦੇ ਵਿੱਚ, ਬੋਲਤੀ ਤਾਂ ਉਹਨਾਂ ਤਿੰਨਾਂ ਦੀ ਬੰਦ ਹੋ ਜਾਂਦੀ ਆ, ਪਰ ਉਹ ਪਤਾ ਨਹੀਂ ਕਿਹੜੀ ਗੱਲੋਂ ਈਗੋ ਸਮੱਸਿਆ ਜਿਹਨੂੰ ਕਹਿੰਦੇ ਅੰਗਰੇਜ਼ੀ ਦੇ ਵਿੱਚ, ਉਹ ਉਹਨਾਂ ਦੀ ਹੈਗੀ ਆ। ਅਸੀਂ ਚਾਹੁੰਦੇ ਹਾਂ ਕਿ ਉਹ ਵੀ ਨਿਕਲ ਜਾਵੇ ਤੇ ਮਸਲਾ ਹੱਲ ਹੋ ਜੇ। ਅਸੀਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚੋਂ ਜੀ ਜ਼ਿੰਦਾਬਾਦ ਹੋ। ਬਿਲਕੁਲ ਪੂਰਾ ਚੜ੍ਹਦੀ ਕਲਾ। ਦੇਖੋ, ਪਹਿਲਾਂ ਤਾਂ ਜਿਹੜਾ ਸਾਡਾ ਪ੍ਰਭਾਵ ਆ ਜਾਂ ਸਾਡੇ ਵਰਗਿਆਂ ਦਾ ਕੁੱਲ ਪ੍ਰਭਾਵ ਆ, ਪੂਰੀ ਦੁਨੀਆ ਦੀਆਂ ਨਜ਼ਰਾਂ ਜਿਹੜੀਆਂ ਉਹ ਤੁਹਾਡੇ ਉੱਤੇ ਟਿਕੀਆਂ ਹੋਈਆਂ, ਇਸ ਅੰਦੋਲਨ ਦੇ ਉੱਤੇ ਟਿਕੀਆਂ ਹੋਈਆਂ। ਤੁਸੀਂ ਨਿੱਠ ਕੇ ਕੰਮ ਕਰ ਰਹੇ ਹੋ। ਇੱਕ ਤਾਂ ਹੁੰਦਾ ਕਿ ਜਿਹੜੇ ਆਲੇ ਦੁਆਲੇ ਦੇ ਸੱਜਣ ਸੁਹੇਲੜੇ ਆ ਉਹ ਦੱਸਦੇ ਵੀ ਰਾਜੇਵਾਲ ਸਾਹਿਬ ਸਿਰਾ ਲਾਤਾ, ਕੋਈ ਕਹਿੰਦਾ ਹੋਣਾ ਡਾਕਟਰ ਦਰਸ਼ਨਪਾਲ ਜੀ ਸਿਰਾ ਲਾਤਾ, ਕੋਈ ਕਹਿੰਦਾ ਹੋਣਾ ਉਗਰਾਹਾਂ ਸਾਹਿਬ ਸਿਰਾ ਲਾਤਾ। ਪਰ ਅਸੀਂ ਰਿਕਸ਼ਾ ਚਾਲਕ ਤੋਂ ਲੈ ਕੇ ਤੇ BMW ਗੱਡੀ ਤੱਕ ਸਾਰਿਆਂ ਨੂੰ ਪੁੱਛਦੇ ਹਾਂ, ਉਹ ਸੱਚੀ ਕਹਿੰਦੇ ਵੀ ਸਿਰਾ ਲਾਤਾ। ਤੇ ਢਿੱਡੋਂ ਗੱਲ ਨਿਕਲਦੀ ਹੈ ਤੇ ਬਹੁਤ ਨਿੱਠ ਕੇ ਤੁਸੀਂ ਕੰਮ ਕਰ ਰਹੇ ਹੋ। ਕੀ ਮੰਨਦੇ ਹੋ ਪਹਿਲੇ ਦਿਨ ਤੋਂ ਲੈ ਕੇ ਤੇ ਅੱਜ ਤੱਕ ਦੇ ਇਸ ਅੰਦੋਲਨ ਦਾ ਪ੍ਰਭਾਵ ਆ ਜਿਹੜਾ, ਉਹ ਤਾਂ ਸਭ ਨੂੰ ਪਤਾ ਕਿੱਥੇ ਜੇ ਇਸ ਵਕਤ ਗੱਡਾ ਫਸਿਆ ਹੋਇਆ, ਕਦੋਂ ਕੁ ਨਿਕਲਣ ਦੀ ਆਸ ਆ? ਕਿਉਂਕਿ ਸਭ ਦੀ ਨਿਗਾਹ ਇਸ ਗੱਲ ਦੇ ਉੱਤੇ ਆ ਵੀ ਕਦੋਂ ਕੁ ਮਸਲਾ ਹੱਲ ਹੋ ਜਾਣਾ। ਦੇਖੋ ਜੀ ਟਹਿਣਾ ਸਾਹਿਬ, ਇਸ ਅੰਦੋਲਨ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਜੀ। ਮੇਰੇ ਖਿਆਲ 'ਚ ਦੁਨੀਆ ਦਾ ਇਹ ਸਭ ਤੋਂ ਮੋਹਰੀ ਅੰਦੋਲਨ ਹੋ ਨਿਬੜਿਆ ਜਿਹਦੇ ਵਿੱਚ ਇੰਨਾ ਲੰਬਾ ਸਮਾਂ ਚੱਲਣ ਦੇ ਬਾਵਜੂਦ ਵੀ ਇਹ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ। ਦੂਸਰਾ, ਲੋਕਾਂ ਦੀ ਪਾਰਟੀਸਪੇਸ਼ਨ ਇਹਨੇ ਸਾਰੇ ਰਿਕਾਰਡ ਤੋੜ ਦਿੱਤੇ। ਤੀਸਰਾ, ਇਹ ਜਿੰਨਾ ਲੰਬਾ ਸਮਾਂ, ਜਿੰਨੀ ਇਹਦੇ 'ਚ ਪਾਰਟੀਸਪੇਸ਼ਨ, ਜਿੰਨਾ ਸ਼ਾਂਤਮਈ ਰਿਹਾ, ਹੁਣ ਇਹ ਸਾਰੀ ਦੁਨੀਆ 'ਚ ਫੈਲ ਗਿਆ। ਤੁਸੀਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀ, ਚਾਹੇ ਦੂਸਰੀਆਂ ਸਟੇਟਾਂ 'ਚੋਂ ਵੀ ਭਾਰਤੀ ਜਿਹੜੇ ਨੇ ਕੁਛ, ਉਹ ਵੀ ਕੋਈ ਦਿਨ ਨਹੀਂ
ਜਿਸ ਦਿਨ ਉਹ ਧਰਨਾ ਜਾਂ ਮੁਜ਼ਾਹਰਾ ਨਾ ਕਰਦੇ ਹੋਣ। ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸਾਰੇ ਅਸੀਂ ਇੱਕ ਦੂਏ ਨਾਲ ਸਾਡੀਆਂ ਜਿਹੜੀਆਂ ਤੰਦਾਂ ਜੁੜੀਆਂ ਅਸੀਂ ਇੱਕ ਮੁੱਠ ਹੋ ਗਏ ਹੁੰਦੇ ਹਾਂ, ਸਾਰੇ ਇੱਕ ਮਿੱਕ ਹੋ ਕੇ ਇਹ ਜਿਹੜਾ ਸੰਘਰਸ਼ ਹੈ ਇਹਦੇ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੇ ਹਾਂ। ਇਸ ਤਰ੍ਹਾਂ ਮੈਂ ਆਪਣੀ ਜ਼ਿੰਦਗੀ 'ਚ ਬੜੇ ਅੰਦੋਲਨ ਲੜੇ, ਮੈਂ ਇਸ ਤਰ੍ਹਾਂ ਦਾ ਵਰਤਾਰਾ ਕਦੀ ਦੇਖਿਆ ਨਹੀਂ। ਵਾਹ, ਬਹੁਤ ਖੂਬ। ਤੇ ਜਦੋਂ ਹੁਣ ਤੁਸੀਂ ਉਮਰ ਦੇ ਇਸ ਪੜਾਅ ਦੇ ਉੱਤੇ ਇਹੋ ਜਿਹਾ ਵੀ ਅੰਦੋਲਨ ਦੇਖਦੇ ਹੋ ਤਾਂ ਫਿਰ ਕੀ ਮੰਨਦੇ ਹੋ ਵੀ ਕੋਈ ਕੁਦਰਤੀ ਤਾਕਤ ਹੈ, ਪੰਜਾਬ ਦੇ ਦੇਸ਼ ਦੇ ਲੋਕ ਇੰਨੇ ਸੁਜੱਗ ਹੋ ਗਏ ਆ, ਜਾਂ ਕੋਈ ਅਚਾਨਕ ਇਹੋ ਜਿਹੀ ਲਹਿਰ ਚੱਲੀ ਆ ਵੀ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਆ ਵੀ ਯਾਰ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਵੀ ਕੱਢ ਕੇ ਲੈ ਗਏ? ਇਹ ਵਰਤਾਰਾ ਕਿਵੇਂ ਮੰਨਦੇ ਹੋ ਤੁਸੀਂ? ਕੁਝ ਕੁਦਰਤ ਦਾ ਕ੍ਰਿਸ਼ਮਾ ਕਹਿ ਸਕਦੇ ਹਾਂ, ਕਿਉਂਕਿ ਮੈਂ ਦੇਖਿਆ ਜੇ ਕਿਤੇ 5-7 ਹਜ਼ਾਰ ਦਾ ਇਕੱਠ ਹੋਵੇ ਜਿਹੜਾ ਫੈਕਚੁਅਲੀ ਉਹਨੂੰ ਲੋਕੀ 50-50 ਹਜ਼ਾਰ ਕਲੇਮ ਕਰ ਲੈਂਦੇ ਨੇ, ਉਹਨੂੰ ਕੰਟਰੋਲ ਕਰਨਾ ਹੀ ਔਖਾ ਹੋ ਜਾਂਦਾ। ਉਹਦੇ ਵਿੱਚ 4 ਸ਼ਰਾਰਤੀ ਸਰਕਾਰ ਛੱਡ ਦਿੰਦੀ ਹੈ, ਉਹ ਕੁਛ ਉਹਦਾ ਮੂੰਹ ਮੱਥਾ ਹੀ ਵਿਗਾੜ ਦਿੰਦੀ ਆ ਅੰਦੋਲਨ ਦਾ। ਇੱਥੇ ਲੱਖਾਂ ਦੀ ਤਾਦਾਦ ਵਿੱਚ ਲੋਕ ਬੈਠੇ ਨੇ, ਸਾਰੀ ਦਿੱਲੀ ਨੂੰ ਘੇਰੀ। ਅਸੀਂ 5 ਜਗ੍ਹਾ 'ਤੇ ਨਾਕਿਆਂ 'ਤੇ ਵੱਡੀ ਤਾਦਾਦ ਵਿੱਚ ਦਿੱਲੀ ਘੇਰੀ ਬੈਠੇ ਹਾਂ, ਅਤੇ ਕਿਤੇ ਕੋਈ ਬਿੱਲੀ ਕੰਨ ਤੱਤਾ ਨਹੀਂ ਹੁੰਦਾ। ਔਰ ਸਭ ਤੋਂ ਵੱਡੀ ਕਮਾਲ ਦੀ ਗੱਲ ਇਹ ਹੈ ਵੀ ਸਾਰੇ ਸਫਾਈ ਦਾ ਕੰਮ ਆਪਣਾ ਆਪ ਕਰਦੇ ਨੇ, ਲੰਗਰ ਆਪਣਾ ਆਪ ਬਣਾਉਂਦੇ ਨੇ, ਅਤੇ ਟ੍ਰੈਫਿਕ ਕੰਟਰੋਲ ਦਾ ਕੰਮ ਦੇਖਦੇ ਨੇ। ਇਸ ਤਰ੍ਹਾਂ ਸਾਰੇ ਇੱਥੇ ਵਿਚਰਦੇ ਨੇ। ਜਿਹਨੇ ਘਰ 'ਚ ਵੀ ਕੋਈ ਕੰਮ ਨਹੀਂ ਕੀਤਾ ਹੋਣਾ, ਉਹ ਇੱਥੇ ਉਹਦੇ ਅੰਦਰ ਇੱਕ ਐਸੀ ਚਿਣਕ ਜਾਗੀ ਆ, ਉਹ ਸੇਵਾ ਲਈ ਸਭ ਤੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਭੱਜਦਾ। ਤੋ ਇਸ ਤਰ੍ਹਾਂ ਦਾ ਵਰਤਾਰਾ ਕਦੀ ਦੇਖਿਆ ਨਹੀਂ। ਬਿਨਾਂ ਕੁਦਰਤ ਦੀ ਮਿਹਰ ਦੇ ਜਾਂ ਕੁਦਰਤ ਦੇ ਕ੍ਰਿਸ਼ਮੇ ਤੇ ਬਿਨਾਂ ਇੱਦਾਂ ਹੋ ਨਹੀਂ ਸਕਦਾ। ਏਡੇ ਵੱਡੇ ਇਕੱਠ ਨੂੰ ਇੱਦਾਂ ਪੀਸਫੁਲ ਰੱਖਣਾ, ਏਡੇ ਵੱਡੇ ਇਕੱਠ ਨੂੰ ਇਸ ਤਰ੍ਹਾਂ ਸਾਰਾ ਸੰਭਾਲਣਾ, ਇਨਫਰਾਸਟਰਕਚਰ ਸਾਡਾ ਪੰਜਾਬੀ ਭਾਈਚਾਰਾ ਤਾਂ ਇੱਦਾਂ ਟੁੱਟ ਕੇ ਪੈ ਗਿਆ ਵੀ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਤੁਸੀਂ ਦੇਖੋ ਜਾ ਕੇ ਆਹ ਕੁਰਸੀਆਂ ਸਾਡੇ ਭਾਈਚਾਰੇ ਨੇ ਦਿੱਤੀਆਂ, ਗੱਦੇ ਕੋਈ ਲਈ ਆਉਂਦਾ, ਕੋਈ ਖਾਣ ਪੀਣ ਵਾਲਾ ਸਮਾਨ ਲਈ ਆਉਂਦਾ, ਕੋਈ ਬਦਾਮਾਂ ਦਾ ਹੀ ਟੈਂਪੂ ਭਰ ਕੇ ਵੰਡ ਜਾਂਦਾ, ਉਹ ਕੋਈ ਸੌਗੀਓ ਵੰਡ ਜਾਂਦਾ, ਕੋਈ ਪਤਾ ਹੀ ਨਹੀਂ ਲੱਗਦਾ ਕੀ ਕੁਛ ਆ ਕੇ ਵੰਡੀ ਜਾਂਦੇ ਹੈ। ਅਸੀਂ ਜਦੋਂ ਟਰੱਕਾਂ ਦੇ ਟਰੱਕ ਸਮਾਨ ਦੇ ਆਉਂਦੇ, ਅਸੀਂ ਕਦੀ ਕਹਿੰਦੇ ਹਾਂ ਯਾਰ ਇਹ ਖਾਲਸਾ ਏਡ ਵਾਲਿਆਂ ਨੂੰ ਦੇ, ਉਹਨਾਂ ਦਾ ਨੈਟਵਰਕ ਬਹੁਤ ਵਧੀਆ, ਜਿੱਥੇ ਲੋੜ ਉਹ ਠੀਕ ਪਹੁੰਚਾ ਦੇਣਗੇ। ਉਹ ਕਿਤੇ ਰੁਕਦਾ ਹੀ ਨਹੀਂ। ਔਰ ਜਿਹੜੀਆਂ ਅਸੀਂ ਚੀਜ਼ਾਂ ਸੋਚਦੇ ਵੀ ਨਹੀਂ, ਉਹ ਪੰਜਾਬੀ ਲਿਆ ਇੱਥੇ ਵੰਡੀ ਜਾਂਦੇ ਨੇ ਆਪਣੇ ਭਾਈਚਾਰੇ ਨੂੰ, ਨਾਲੇ ਲੋਕਾਂ ਦੇ ਗੋਡੀਆਂ ਹੱਥ ਲਾਈ ਜਾਂਦੇ ਨੇ। ਕਹਿੰਦੇ ਇਹੋ ਜਿਹਾ ਤਾਂ ਇਹ ਤਾਂ ਕੋਈ ਅਲੱਗ ਤਰ੍ਹਾਂ ਦਾ ਕ੍ਰਿਸ਼ਮ ਹੈ ਜਿਹੜਾ ਅਸੀਂ ਕਦੇ ਦੇਖਿਆ ਹੀ ਨਹੀਂ, ਕਦੇ ਸੋਚਿਆ ਵੀ ਨਹੀਂ ਜ਼ਿੰਦਗੀ 'ਚ। ਤੋ ਇਸ ਕਰਕੇ ਇਸ ਅੰਦੋਲਨ ਦਾ ਤਾਂ ਉੱਪਰਲੇ ਦੀ ਕੋਈ ਮਿਹਰ ਹੈ ਜਾਂ ਉਹਦਾ ਕੋਈ ਕ੍ਰਿਸ਼ਮ ਹੈ, ਉਹਨੇ ਇਸ ਲੈਵਲ 'ਤੇ ਲੈ ਕੇ ਆਉਂਦਾ। ਮੇਰਾ ਵਿਸ਼ਵਾਸ ਹੈ ਕਿ ਉਹ ਪੰਜਾਬੀਆਂ ਦੀ ਇਸ ਮਿਹਨਤ ਨੂੰ, ਇਸ ਭਾਈਚਾਰਕ ਸਾਂਝ ਜਿਹੜੀ ਬਣੀ ਹੈ, ਇਹਨੂੰ ਉਹ ਜ਼ਰੂਰ ਪੜ ਪਾਏਗਾ। ਪਰ ਸਭ ਦਾ ਇੱਕੋ ਸਵਾਲ ਆ ਵੀ ਕਿੰਨੀ ਕੁ ਦੇਰ ਤੁਹਾਨੂੰ ਲੱਗਦਾ ਵੀ ਉਹ ਅੜੇ ਰਹਿਣਗੇ? ਤੁਸੀਂ ਤਾਂ ਜਾ ਕੇ ਬੈਠਦੇ ਹੋ, ਉਹਨਾਂ ਦੀਆਂ ਅੱਖਾਂ ਪੜ੍ਹਦੇ ਹੋ, ਜਿਹਨੂੰ ਬਾਡੀ ਲੈਂਗੁਏਜ ਕਹਿੰਦੇ ਆ ਉਹ ਦੇਖਦੇ ਹੋ, ਉਹਨਾਂ ਦੇ ਸ਼ਬਦ ਝੋਲ ਕਿੰਨਾ ਕੁ ਮਾਰਦੇ ਇਹ ਦੇਖਦੇ ਹੋ। ਕੀ ਲੱਗਦਾ ਤੁਹਾਨੂੰ? ਇਸ ਤਰ੍ਹਾਂ ਵੀ ਬੜਾ ਸਪਸ਼ਟ ਜਿਹੇ ਸ਼ਬਦਾਂ 'ਚ ਪਿਛਲੀ ਮੀਟਿੰਗ 'ਚ ਮੈਂ ਕਿਹਾ ਸੀ ਵੀ ਇਹਨਾਂ ਦਾ ਮਨ ਹੈ ਨਹੀਂ। ਬਹੁਤ ਦੇਰ, ਕੋਈ ਅੱਧਾ ਘੰਟਾ ਪੌਣਾ ਘੰਟਾ ਇੱਕ ਤਰ੍ਹਾਂ ਦੀ ਡਿਬੇਟ ਸੀ। ਡਿਬੇਟ ਕਰਨ ਤੋਂ ਬਾਅਦ ਮੇਰੇ ਸਾਥੀ ਮੈਨੂੰ ਕਹਿਣ ਲੱਗੇ ਵੀ ਫਾਈਲ ਕਿਉਂ ਬੰਦ ਕਰਤੀ? ਅਤੇ ਮੈਂ ਕਿਹਾ ਮੈਨੂੰ ਇਹਨਾਂ ਦਾ ਮਨ ਨਹੀਂ ਲੱਗਦਾ। ਉੱਚੀ ਆਵਾਜ਼ 'ਚ ਕਿਹਾ ਉਹਨਾਂ ਨੂੰ ਸੁਣਾ ਕੇ, ਇਹਨਾਂ ਦਾ ਮਨ ਨਹੀਂ ਲੱਗਦਾ। ਇਹ ਹਾਲੇ ਸਾਡਾ ਹੋਰ ਅੰਤ ਦੇਖਣਾ ਚਾਹੁੰਦੇ ਆ। ਤਾਂ ਮੈਂ ਉਹਨਾਂ ਨੂੰ ਕਿਹਾ ਵੀ 125 ਕਿਸਾਨ ਹੁਣ ਤੱਕ ਸ਼ਹੀਦ ਹੋ ਗਿਆ। ਤੁਸੀਂ ਕਿੰਨੇ ਲੋਕਾਂ ਦੀ ਬਲੀ ਲੈਣਾ ਚਾਹੁੰਦੇ ਹੋ? ਕਦੋਂ ਤੱਕ ਤੁਸੀਂ ਚਾਹੁੰਦੇ ਹੋ? ਜਦੋਂ ਤੁਸੀਂ ਇਹ ਮੰਨਦੇ ਹੋ, ਇਹ ਕਹੀ ਜਾਂਦੇ ਹੋ ਜੀ ਅਮੈਂਡਮੈਂਟ ਕਰਾ ਲਓ, ਜੀ ਅਮੈਂਡਮੈਂਟਾਂ ਜਿੰਨੀਆਂ ਕਰਾਉਣੀਆਂ ਕਰਾ ਲਓ, ਜੀ ਕਾਨੂੰਨ ਨੂੰ ਬਿਲਕੁਲ ਇਨਇਫੈਕਟਿਵ ਕਰ ਦਿਓ। ਤੁਸੀਂ ਰਿਪੀਲ ਕਿਉਂ ਨਹੀਂ ਕਰਦੇ? ਤੁਹਾਡਾ ਸਬਜੈਕਟ ਹੀ ਨਹੀਂ। ਸੰਵਿਧਾਨ ਦੀ 7th ਸ਼ਡਿਊਲ ਦੇ ਵਿੱਚ ਜਿਹੜੀ ਸਟੇਟ ਲਿਸਟ ਹੈ, ਉਹਦੇ ਵਿੱਚ ਖੇਤੀ ਜਿਹੜਾ 14 ਨੰਬਰ 'ਤੇ ਹੈ, ਅਤੇ ਇਹਨਾਂ ਨੇ ਕੰਕਰੈਂਟ ਲਿਸਟ ਹੈ ਜਿਹੜੀ ਉਹਦੇ 'ਚੋਂ 33 ਨੰਬਰ ਆਈਟਮ ਤੋਂ ਇਹਨਾਂ ਨੇ ਬਣਾਇਆ। ਹੁਣ ਤਾਂ ਇਹ ਮੰਨਦੇ ਨਹੀਂ ਸੀ, ਹੁਣ ਇਹਨਾਂ ਨੇ ਉਹ ਵੀ ਮੰਨ ਲਿਆ ਵੀ ਅਸੀਂ ਤਾਂ ਜੀ ਟਰੇਡ ਵਾਸਤੇ ਬਣਾਇਆ। ਈਵਨ ਜਿਹੜਾ ਕਾਨੂੰਨ ਆ ਉਹਦੇ ਵਿੱਚ ਵੀ ਸ਼ਬਦ ਟਰੇਡ ਹੀ ਲਿਖਿਆ। ਅਤੇ ਮੈਂ ਕਿਹਾ ਅਸੀਂ ਤਾਂ ਟਰੇਡਿੰਗ ਕਰਦੇ ਨਹੀਂ, ਅਸੀਂ ਤਾਂ ਆਪਣੀ ਫਸਲ ਵੇਚਣ ਜਾਂਦੇ ਹਾਂ, ਮੰਡੀ 'ਚ ਮਾਰਕੀਟਿੰਗ ਕਰਦੇ ਹਾਂ। ਮਾਰਕੀਟਿੰਗ 26 ਨੰਬਰ 'ਤੇ ਸਟੇਟ ਲਿਸਟ ਵਿੱਚ ਫਿਰ ਸਟੇਟ ਸਬਜੈਕਟ ਹੈ। ਯੂ ਕਾਂਟ ਇੰਟਰਫੀਅਰ। ਤੁਸੀਂ ਇਹਦੇ 'ਚ ਦਖਲ ਦੇ ਹੀ ਨਹੀਂ ਸਕਦੇ, ਅਤੇ ਫਿਰ ਤੁਸੀਂ ਇਹਦੇ ਵਿੱਚ ਹੱਥ ਕਿਉਂ ਫਸਾਇਆ? ਸਾਡਾ ਦੁਨੀਆ 'ਚ ਸਭ ਤੋਂ ਵਧੀਆ ਮਾਰਕੀਟਿੰਗ ਸਿਸਟਮ ਜੇ ਹੈ ਉਹ ਪੰਜਾਬ ਦਾ, ਦੂਜੇ ਨੰਬਰ 'ਤੇ ਹਰਿਆਣੇ ਦਾ। ਬਾਕੀ ਸਟੇਟਾਂ ਨੇ ਕਿਸੇ ਨੇ ਇੰਨਾ ਇਨਫਰਾਸਟਰਕਚਰ ਡਿਵੈਲਪ ਨਹੀਂ ਕੀਤਾ, ਇੰਨਾ ਵਧੀਆ ਮਾਰਕੀਟਿੰਗ ਸਿਸਟਮ ਨਹੀਂ ਡਿਵੈਲਪ ਕੀਤਾ। ਤਾਂ ਇਸ ਕਰਕੇ ਤੁਸੀਂ ਆਪਣੀਆਂ ਖਾਮੀਆਂ, ਉਹਦੀ ਸਜ਼ਾ ਸਾਨੂੰ ਕਿਉਂ ਦੇਣ ਲੱਗੇ ਹੋ? ਉਹਨੂੰ ਕਿਉਂ ਤੋੜਨ ਲੱਗੇ ਹੋ ਸਿਸਟਮ ਨੂੰ? ਪਰ ਰਾਜਵਾਲ ਸਾਹਿਬ, ਇੱਕ ਹੋਰ ਗੱਲ ਆ ਵੀ ਜਿਹੜੀ 26 ਜਨਵਰੀ ਦੇ ਵੱਲ ਸਭ ਦੀ ਨਿਗਾਹ ਟਿੱਕੀ ਆ, ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਆਉਣ ਦੀ ਇੱਥੇ ਆਸ ਆ,
ਪਿੰਡ ਪਿੰਡ ਦੇ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ। ਹੁਣ ਤਾਂ ਪਿੰਡਾਂ ਦੇ ਵਿੱਚ ਮਤੇ ਵੀ ਪੈਣ ਲੱਗ ਪਏ ਵੀ ਜੇਕਰ ਘਰ ਦੇ ਵਿੱਚੋਂ ਬੰਦਾ ਨਾ ਗਿਆ ਔਖੇ ਸੌਖੇ ਵੇਲੇ ਨਾਲ ਨਹੀਂ ਖੜਨਾ। ਭੁੱਲਰਖੇੜੀ ਪਿੰਡ ਦੇ ਵਿੱਚ 2100 ਰੁਪਈਆ ਜੁਰਮਾਨਾ ਲਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਲੋਕਾਂ ਦੇ ਆਪਣੇ ਵਲਵਲੇ ਆ, ਲੋਕਾਂ ਦਾ ਉਤਸ਼ਾਹ, ਲੋਕਾਂ ਦਾ ਜਜ਼ਬਾ, ਲੋਕਾਂ ਦਾ ਚਾਅ। ਪਰ ਕੁਝ ਕੁ ਖਬਰਾਂ ਇਹੋ ਜਿਹੀਆਂ ਵੀ ਆ ਰਹੀਆਂ, ਕੁਝ ਕਿਸਾਨ ਆਗੂ ਆ ਜਿਹੜੇ ਉਹ ਗੱਲ ਕਹਿੰਦੇ ਆ ਵੀ ਰਾਜੇਵਾਲ ਸਾਹਿਬ ਕਹਿੰਦੇ ਜੀ ਕਿ ਸ਼ਾਂਤਮਈ ਰਹਿਣਾ, ਆਪਾਂ ਸ਼ਾਂਤਮਈ ਰਹਿਣਾ, ਵੀ ਆਪਾਂ ਟਰੈਕਟਰਾਂ ਨੂੰ ਅੰਦਰ ਮੱਥਾ ਟਿਕਵਾਉਣ ਜਾਣਾ, ਉਹਨਾਂ ਨੇ ਆਪਾਂ ਨੂੰ ਗਲੀਚੇ ਕਦੋਂ ਵਿਛਾ ਕੇ ਦੇਣੇ ਆ। ਉਹ ਵੱਖਰੀ ਸੁਰ ਵੱਖਰੀ ਭਾਂਤ ਦੀ ਗੱਲ ਕਰਦੇ, ਉਹਦੇ ਨਾਲ ਕਿੰਨੇ ਕੁ ਅਸਹਿਮਤ ਹੋ ਜਾਂ ਸਹਿਮਤ ਹੋ? ਦੇਖੋ, ਇਹ ਹਰ ਤਰ੍ਹਾਂ ਦਾ ਐਲੀਮੈਂਟ ਇੱਥੇ ਹਾਜ਼ਰ ਹੈ ਤੇ ਮੈਂ ਬੜਾ ਸਿੱਧੀ ਗੱਲ ਕਰਦਾ ਵੀ ਦੋ ਤਰ੍ਹਾਂ ਦੀ ਇਸ ਲੜਾਈ ਦੇ ਵਿੱਚ ਦੋ ਫੈਸਲੇ ਹੋਣੇ ਨੇ। ਜੇ ਤਾਂ ਤੁਸੀਂ ਸ਼ਾਂਤਮਈ ਰਹਿ ਗਏ ਤਾਂ ਕਿਸਾਨ ਜਿੱਤ ਗਿਆ, ਜੇ ਤੁਸੀਂ ਹਿੰਸਕ ਹੋ ਗਏ ਤਾਂ ਮੋਦੀ ਜਿੱਤ ਗਿਆ। ਇਹ ਫੈਸਲਾ ਅਸੀਂ ਜਿਹੜੇ ਇੱਥੇ ਆ ਕੇ ਬੈਠੇ ਹਾਂ ਉਹਨਾਂ ਨੇ ਕਰਨਾ। ਅਸੀਂ ਮੋਦੀ ਨੂੰ ਜਿਤਾਉਣਾ ਕਿ ਖੁਦ ਜਿੱਤ ਕੇ ਜਾਣਾ, ਇੱਕ ਗੱਲ। ਦੂਸਰੀ, ਚਲੋ ਮੇਰਾ ਇਹ ਥੋੜ੍ਹਾ ਬਹੁਤਾ ਸਾਰੇ ਸਤਿਕਾਰ ਕਰਦੇ ਨੇ, ਉਮਰ 'ਚ ਵੱਡਾ ਹੋਣ ਕਰਕੇ, ਸਭ ਤੋਂ ਲੰਬਾ ਸਮਾਂ ਜਥੇਬੰਦੀ 'ਚ ਕੰਮ ਕਰਨ ਕਰਕੇ, ਮੈਂ ਕਈ ਸੱਜਣ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਇਹ ਦੱਸੋ ਵੀ ਆਹ ਜਿਹੜੇ ਲੋਕ ਇੱਥੇ ਆਏ ਬੈਠੇ ਨੇ ਇਹ ਸਾਡੇ 'ਤੇ ਵਿਸ਼ਵਾਸ ਕਰਕੇ ਆਏ ਨੇ ਨਾ। ਤੇ ਇਹਨਾਂ ਦੇ ਵਿੱਚ ਇੰਨੇ ਨੌਜਵਾਨ ਆਏ ਨੇ ਜਿਨ੍ਹਾਂ ਤੇ ਹੁਣ ਤਾਈਂ ਇਹ ਇਲਜ਼ਾਮ ਲੱਗਦੇ ਸੀਗੇ ਜੀ ਇਹ ਤਾਂ ਨਸ਼ੇੜੀ ਨੇ ਜੀ, ਫਲਾਣੇ ਨੇ। ਹੁਣ ਦਿਖਾਓ ਕੋਈ ਨਸ਼ੇੜੀ ਹੈ? ਸਾਰਾ ਕੰਮ ਤਾਂ ਇਹ ਕਰਦੇ ਨੇ। ਇਹਨਾਂ ਨੇ ਤਾਂ ਉਹ ਕਲੰਕ ਵੀ ਧੋਤਾ। ਤੇ ਜੇ ਅਸੀਂ ਆਪਣੀ ਲੀਡਰੀ ਵਾਸਤੇ ਇੱਥੇ ਇਹਨਾਂ ਬੱਚਿਆਂ ਦਾ ਕਤਲੇਆਮ ਕਰਾ ਦਈਏ ਹਿੰਸਕ ਹੋ ਕੇ, ਤੇ ਤੁਹਾਡੀ ਆਤਮਾ ਕਹਿੰਦੀ ਹੈ ਵੀ ਅਸੀਂ ਕਿਸੇ ਮਾਂ ਦੇ ਪੁੱਤ ਮਰਵਾ ਦਈਏ ਇੱਥੇ 3 ਮੰਗਾਂ ਵਾਸਤੇ? ਜਿਹੜੀਆਂ ਮੰਗਾਂ ਸਾਡੇ ਸ਼ਾਂਤਮਈ ਰਹਿ ਕੇ ਉਦੋਂ ਵੀ ਵਧੀਆ ਸ਼ਾਨੋ ਸ਼ੌਕਤ ਨਾਲ ਜਿੱਤੀਆਂ ਜਾ ਸਕਦੀਆਂ। ਤੇ ਇੱਕ ਆਪੋ ਆਪਣਾ ਸੋਚਣ ਦਾ ਢੰਗ ਹੈ। ਖੈਰ, ਹੁਣ ਉਹ ਪਿੱਛੇ ਮੁੜਨ ਲੱਗੇ ਨੇ। ਪਿਛਲੀ ਮੀਟਿੰਗ 'ਚ ਫੈਸਲਾ ਹੋਇਆ ਵੀ ਕੋਈ ਵੀ ਗਰਮ ਤਕਰੀਰ ਨਹੀਂ ਕਰੂਗਾ, ਉਕਸਾਊਗਾ ਨਹੀਂ। ਕਈ ਤਾਂ ਪੰਜਾਬ ਵਿੱਚ ਇੱਦਾਂ ਜੁਗਾੜ ਫਿੱਟ ਕਰਨ ਲੱਗ ਪਏ ਟਰੈਕਟਰਾਂ ਨੂੰ ਅੰਨਾ ਖਰਚ ਕਰਕੇ ਵੀ ਜਾ ਕੇ ਜਿਵੇਂ ਇੱਕ ਸ਼ੋਸ਼ਾ ਚੜ੍ਹਤਾ ਵੀ ਅਸੀਂ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣਾ, ਅਸੀਂ ਪਾਰਲੀਮੈਂਟ 'ਤੇ ਕਬਜ਼ਾ ਕਰ ਲੈਣਾ। ਇਹ ਤਾਂ ਅਸੀਂ ਕਦੇ ਤੈਅ ਨਹੀਂ ਕਰਕੇ ਆਏ, ਨਾ ਸਾਡਾ ਇਹ ਕੋਈ ਨਿਸ਼ਾਨਾ ਹੈ। ਅਸੀਂ ਤਾਂ ਜਿਹੜੇ ਉਹਨਾਂ ਨੇ ਕਾਨੂੰਨ ਬਣਾ ਦਿੱਤੇ 3, ਉਹਨਾਂ ਨੂੰ ਰਿਪੀਲ ਕਰਾਉਣ, ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਆਏ ਹਾਂ ਵੀ ਤੁਸੀਂ ਇਹ ਸੰਵਿਧਾਨਿਕ ਕੰਮ ਕੀਤਾ ਹੈ। ਤੁਸੀਂ ਇਹ 3 ਕਾਨੂੰਨ ਇੱਕ ਦੂਜੇ ਨਾਲ ਇੰਟਰਲਿੰਕਡ ਨੇ। ਇਹਦੇ ਨਾਲ ਖੇਤੀ ਦਾ ਭਵਿੱਖ ਖਤਰੇ 'ਚ ਪੈ ਜਾਏਗਾ। ਖੇਤੀ ਦਾ ਭਵਿੱਖ ਖਤਰੇ 'ਚ ਪੈ ਜਾਏਗਾ ਕਿਉਂਕਿ ਸਾਡੀ ਟੋਟਲ ਇਕਨੋਮੀ ਦਾ ਆਧਾਰ ਖੇਤੀ ਹੈ। ਇਸ ਕਰਕੇ ਸਾਡੀ ਆਉਣ ਵਾਲੇ ਸਮੇਂ 'ਚ ਕਲਚਰ ਹੀ ਤਬਾਹ ਹੋ ਜਾਊ, ਸਾਡਾ ਤਾਂ ਕੁਝ ਬਚਣਾ ਹੀ ਨਹੀਂ। ਅਤੇ ਸਾਨੂੰ ਆਪਣੇ ਭਵਿੱਖ ਦਾ ਫਿਕਰ ਹੈ। ਅਸੀਂ ਇਹ ਕਾਨੂੰਨ ਵਾਪਸ ਕਰਾਉਣ ਵਾਸਤੇ ਆਏ ਹਾਂ ਜਿਹੜੇ ਇਹਨਾਂ ਨੇ ਗਲਤ ਬਣਾ ਲਏ, ਔਰ ਇੱਥੋਂ ਤੱਕ ਵੀ ਗਏ ਨੇ। ਹੁਣ ਤਾਂ ਓਪਨ ਸੀਕਰਟ ਹੈ, ਸਭ ਨੂੰ ਪਤਾ ਹੈ। ਆਫ ਦੀ ਰਿਕਾਰਡ ਕਈ ਜੱਜ ਵੀ ਕਰਦੇ ਨੇ ਗੱਲਾਂ ਤੇ ਜੀ ਦੇਖੋ ਇਹਨਾਂ ਨੇ ਜਿਵੇਂ ਪਾਰਲੀਮੈਂਟ ਦੇ ਵਿੱਚ ਬਿਨਾਂ ਬਹਿਸ ਤੋਂ ਪਹਿਲਾਂ ਤਾਂ ਇਹ ਜਿਹੜੇ ਲੈ ਕੇ ਆਏ ਆਰਡੀਨੈਂਸ, ਉਹ ਕੋਵਿਡ ਦਾ ਪਹਿਲਾਂ ਲੋਕਾਂ ਨੂੰ ਤੂੜਤਾ ਘਰਾਂ 'ਚ ਤੇ ਲਾਤਾ ਜੀ ਕਰਫਿਊ, ਤੁਸੀਂ ਘਰਾਂ 'ਚ ਨਹੀਂ ਨਿਕਲ ਸਕਦੇ। ਕੀ ਬਿਪਤਾ ਸੀ ਵੀ ਤੁਸੀਂ ਕੋਵਿਡ ਦੇ ਦੌਰਾਨ ਲੈ ਕੇ ਆਏ ਇਹ ਆਰਡੀਨੈਂਸ, ਫਿਰ ਆਰਡੀਨੈਂਸਿਸ ਨੂੰ ਬਿਨਾਂ ਕਿਸੇ ਬਹਿਸ ਦੇ ਪਾਰਲੀਮੈਂਟ ਦਾ ਸੈਸ਼ਨ ਸੱਦ ਕੇ ਫਿਰ ਉਹਨਾਂ ਨੂੰ ਪਾਸ ਕਰਾਤਾ। ਔਰ ਰਾਜ ਸਭਾ 'ਚ ਬੜਾ ਸਿੱਧਾ ਇੱਕ ਅਸੂਲ ਹੈ ਵੀ ਜੇ ਇੱਕ ਮੈਂਬਰ ਵੀ ਉੱਠ ਕੇ ਆਪਣੇ ਬੈਂਚ 'ਤੇ ਖੜ੍ਹਾ ਹੋ ਕੇ ਕਹਿ ਦੇ ਮੈਂ ਡਿਵੀਜ਼ਨ ਚਾਹੁੰਦਾ, ਜਿਹੜਾ ਉੱਥੇ ਚੇਅਰ 'ਚ ਹੈ ਉਸ ਵੇਲੇ ਉਹਦੇ ਕੋਲ ਕੋਈ ਪਾਵਰ ਨਹੀਂ ਡਿਵੀਜ਼ਨ ਨਾ ਕਰਾਏ। ਪਰ ਇੱਥੇ ਹੁਣ ਇਹ ਕਹਿੰਦੇ ਨੇ ਜੀ ਰੌਲਾ ਪੈ ਗਿਆ। ਔਨ ਰਿਕਾਰਡ ਜੇ ਤੁਸੀਂ ਉਹ ਵੀਡੀਓਜ਼ ਦੇਖੋ ਤਾਂ 3 ਮੈਂਬਰ ਖੜ੍ਹੇ ਉੱਚੀ ਆਵਾਜ਼ 'ਚ ਕਹਿ ਰਹੇ ਨੇ ਮਿਸਟਰ ਚੇਅਰਮੈਨ ਅਸੀਂ ਡਿਵੀਜ਼ਨ ਚਾਹੁੰਦੇ ਹਾਂ, ਮਿਸਟਰ ਚੇਅਰਮੈਨ ਅਸੀਂ ਡਿਵੀਜ਼ਨ। ਪੁੱਛੀ ਨਹੀਂ, ਇਹ ਘੱਟ ਗਿਣਤੀ ਸੀ, ਧੱਕੇ ਨਾਲ ਹੀ ਵਾਇਸ ਵੋਟ ਨਾਲ ਪਾਸ ਕਰਤਾ। ਤੋ ਕਾਨੂੰਨ ਦੀ ਜਿਹੜੀ ਸੰਵਿਧਾਨਕ ਵੈਧਤਾ ਹੈ ਉਹ ਆਪਣੇ ਆਪ 'ਚ ਸਿੱਧ ਹੁੰਦਾ ਵੀ ਇਹ ਧੱਕੇ ਨਾਲ ਪਾਸ ਕੀਤੇ ਕਾਨੂੰਨ ਨੇ, ਜਿਹੜਾ ਇਹਨਾਂ ਨੂੰ ਅਧਿਕਾਰ ਨਹੀਂ ਸੀ, ਇਹਨਾਂ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਤੋ ਇਸ ਕਰਕੇ ਸਾਡੀ ਜਿਹੜੀ ਲੜਾਈ ਹੈ, ਸਾਡੀ ਤਾਂ ਆਪਣੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ। ਤੇ ਜੋ ਮਰਜ਼ੀ ਆਖੀ ਜਾਣ, ਸਾਡਾ ਹੁਣ 26 ਜਨਵਰੀ 'ਤੇ ਸਾਰਾ ਜ਼ੋਰ ਇਸ ਗੱਲ 'ਤੇ ਹੈ ਵੀ ਅਸੀਂ ਇਹਨੂੰ ਸ਼ਾਂਤਮਈ ਕਿਸ ਤਰ੍ਹਾਂ ਰੱਖਣਾ। ਜਿਹੜਾ ਇਹਦਾ ਮੁੱਢਲਾ ਖਾਸਾ ਹੈ ਇੰਨੇ ਲੰਬੇ ਸਮੇਂ ਤੋਂ ਚੱਲੇ ਆਉਂਦੇ ਦਾ, ਉਹਨੂੰ ਬਰਕਰਾਰ ਕਿਵੇਂ ਰੱਖਣਾ। ਸਾਡੀ ਜਿੱਤ ਇਸ ਗੱਲ 'ਚ ਹੈ ਜੇ ਅੰਦੋਲਨ ਸ਼ਾਂਤਮਈ ਹੋਏਗਾ, ਜੇ ਹਰ ਜਿਹੜਾ ਇੱਥੇ ਸੱਜਣ ਕਿਸਾਨ ਜਾਂ ਹੋਰ ਦੂਸਰੇ ਸਾਰੇ ਆਏ ਨੇ, ਹੁਣ ਤਾਂ ਕਿਸਾਨਾਂ ਤੱਕ ਸੀਮਤ ਨਹੀਂ। ਇੱਕ ਕਈ ਵਾਰੀ ਖੁਸ਼ੀ ਹੁੰਦੀ ਹੈ ਵੀ ਇੱਥੇ ਜਾਤਾਂ ਮਿਟ ਗਈਆਂ,
ਜਿਹੜੀ ਪਿੰਡਾਂ ਵਿੱਚ ਪਾਰਟੀਬਾਜ਼ੀ ਹੈ, ਅਸੀਂ ਜਦੋਂ ਦੋਹਾਂ ਧੜਿਆਂ ਦੇ ਦੋਏ ਲੀਡਰ ਜਿਹੜੇ ਨੇ ਇੱਕੋ ਟਰਾਲੀ 'ਚ ਇਕੱਠੇ ਪਏ ਹੁੰਦੇ ਨੇ, ਉਹ ਦੇਖ ਕੇ ਖੁਸ਼ੀ ਹੁੰਦੀ ਹੈ। ਅਤੇ ਤੁਸੀਂ ਅੱਜ ਕੱਲ੍ਹ ਦੇਖਦੇ ਹੋ ਉੱਥੇ ਪੰਜਾਬ 'ਚ ਰੋਜ਼ ਅਖਬਾਰ ਦੇ ਵਿੱਚ ਖੁਦਕੁਸ਼ੀਆਂ ਦੀਆਂ ਖਬਰਾਂ ਛਪਦੀਆਂ ਸੀ, ਉਹ ਬੰਦ ਹੋ ਗਈਆਂ। ਥਾਣਿਆਂ ਦੇ ਵਿੱਚ ਲੜਾਈਆਂ ਦੇ ਝਗੜਿਆਂ ਦੇ ਕੇਸ ਹੁੰਦੇ ਸੀ, ਉਹ ਬੰਦ ਹੋ ਗਏ। ਹਰ ਇੱਕ ਦਾ ਮੂੰਹ ਇੱਧਰ ਨੂੰ ਕੀਤਾ ਹੈ ਵੀ ਉਹ ਸਾਡਾ ਇੱਕ ਮੱਕਾ ਹੈ, ਉੱਥੇ ਜਾ ਕੇ ਅਸੀਂ ਆਪਣੀ ਹਾਜ਼ਰੀ ਲਵਾਉਣੀ ਹੈ। ਘਰ ਘਰ ਵਿੱਚ ਇਹ ਚਰਚਾ ਹੈ ਵੀ ਉੱਥੇ ਉਸ ਅੰਦੋਲਨ 'ਚ ਹਾਜ਼ਰੀ ਲਾਉਣੀ ਹੈ। ਨਾ ਤਾਂ ਇੱਥੇ ਕਿਸਾਨ ਦਾ ਸਵਾਲ ਹੈ, ਨਾ ਕਿਸੇ ਮਜ਼ਦੂਰ ਦਾ ਸਵਾਲ ਹੈ, ਨਾ ਕਿਸੇ ਮੁਲਾਜ਼ਮ ਦਾ ਸਵਾਲ ਹੈ, ਨਾ ਦੁਕਾਨਦਾਰ ਦਾ ਸਵਾਲ ਹੈ। ਸਾਰਾ ਜਿਹੜਾ ਜਨ ਸਮੂਹ ਇਹ ਜਨ ਅੰਦੋਲਨ ਬਣਾਤਾ ਉਹਨਾਂ ਨੇ। ਬਿਲਕੁਲ ਬਾਪੂ ਜੀ, ਇੱਕ ਤੁਸੀਂ ਖੁੱਲਾ ਖੱਤ ਲਿਖਿਆ ਜਿਹੜਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ, ਔਰ ਉਹਦੇ ਬਾਬਤ ਕੁਝ ਲੋਕ ਇਹ ਕਹਿ ਰਹੇ ਨੇ ਕਿ ਤੁਹਾਡਾ ਇਹ ਕਹਿਣਾ 26 ਜਨਵਰੀ ਦੇ ਬਾਬਤ ਵੀ ਅਸੀਂ ਅੰਦਰ ਜਾਵਾਂਗੇ, ਦਿੱਲੀ ਦੇ ਵਿੱਚ ਵੱਲ ਨੂੰ ਕੂਚ ਕਰਾਂਗੇ। ਕੁਝ ਲੋਕ ਕਹਿੰਦੇ ਵੀ ਨਹੀਂ, ਰਾਜੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਆਪਾਂ ਸਿਰਫ ਹੱਦਾਂ ਦੇ ਉੱਪਰ ਹੀ ਪਰੇਡ ਕਰਾਂਗੇ। ਸੋ ਅਸਲੀਅਤ ਕੀ ਹੈ, ਸੱਚ ਕੀ ਹੈ, ਉਹ ਵੀ ਜ਼ਰੂਰ ਦੱਸ ਦਿਓ। ਇਹਨਾਂ ਦੇ ਕਹਿਣ ਦਾ ਭਾਵ ਵੀ ਆਪਾਂ ਅੰਦਰ ਜਾਣਾ ਚਾਹੁੰਦੇ ਆ ਜਾਂ ਬਾਰ-ਬਾਰ ਹੀ ਪਰੇਡ ਕਰਨੀ ਹੈ, ਉਹਦੇ ਬਾਰੇ ਖੁੱਲ੍ਹ ਕੇ ਜੇਕਰ ਗੱਲ ਦੱਸੋ ਤਾਂ। ਨਹੀਂ, ਅੱਜ ਮੈਂ ਕਹਿ ਸਕਦਾ, ਉਸ ਦਿਨ ਜਿੱਦਣ ਮੈਂ ਲਿਖਿਆ ਉਸ ਦਿਨ ਨਹੀਂ ਸੀ ਕਹਿ ਸਕਦਾ। ਦੇਖੋ, ਇੱਕ ਡਿਸਿਪਲਿਨ ਹੁੰਦਾ ਜਥੇਬੰਦੀਆਂ ਦਾ, ਉਹ ਤੋਂ ਬਾਹਰ ਨਹੀਂ ਜਾਇਆ ਜਾਂਦਾ। ਉਹ ਜਿਸ ਦਿਨ ਮੈਂ ਉਹ ਲਿਖਿਆ ਉਸ ਦਿਨ ਹਲੇ ਅਸੀਂ ਫੈਸਲਾ ਨਹੀਂ ਸੀ ਕੀਤਾ, ਉਹਦੀ ਸਟ੍ਰੈਟਜੀ ਨਹੀਂ ਸੀ। ਉੱਦਾਂ ਫੈਸਲਾ ਕਰ ਲਿਆ ਸੀ ਵੀ ਅਸੀਂ ਦਿੱਲੀ ਦੇ ਵਿੱਚ ਪਰੇਡ ਕਰਨੀ ਹੈ, ਪਰ ਕਿਵੇਂ ਕਰਨੀ ਹੈ ਇਹ ਨਹੀਂ ਸੀ ਕੋਈ ਫੈਸਲਾ ਕੀਤਾ। ਉਹਦਾ ਫੈਸਲਾ ਕੀਤਾ ਸੀ ਵੀ 17 ਤਾਰੀਖ ਦੀ ਮੀਟਿੰਗ 'ਚ ਅਸੀਂ ਸਟ੍ਰੈਟਜੀ ਤੈਅ ਕਰਾਂਗੇ ਔਰ ਉਹ ਤੋਂ ਬਾਅਦ ਅਸੀਂ ਦੱਸ ਦਿਆਂਗੇ ਵੀ ਅਸੀਂ ਕਿਵੇਂ ਇਹ ਅੰਦੋਲਨ ਕਰਨਾ ਹੈ। ਔਰ ਉਸ ਦਿਨ ਮੈਂ ਜਿਹੜਾ ਲਿਖਿਆ ਸੀ, ਮੈਂ ਇਹ ਲਿਖਿਆ ਸੀ ਅੰਦੋਲਨ ਵਾਲੀ ਥਾਂ ਤੋਂ, ਸ਼ਬਦ ਤੋਂ ਲਿਖਿਆ ਸੀ, ਅਸੀਂ ਦਿੱਲੀ ਵੱਲ ਨੂੰ ਮਾਰਚ ਕਰਾਂਗੇ। ਉਹ ਹੁਣ ਮੈਨੂੰ ਇਹ, ਜੇ ਮੈਂ ਇਹ ਲਿਖਦਾ ਵੀ ਅਸੀਂ ਦਿੱਲੀ ਦੇ ਬਾਹਰ ਕਰਾਂਗੇ ਜਾਂ ਦਿੱਲੀ ਦੇ ਅੰਦਰ ਕਰਾਂਗੇ, ਫਿਰ ਡਿਸਿਪਲਿਨ ਦੀ ਗੱਲ ਆਉਂਦੀ ਸੀ। ਤਾਂ ਕੁਝ ਲੋਕਾਂ ਨੇ, ਕੁਝ ਜਿਹੜੇ ਐਸਾ ਵੀ ਇੱਥੇ ਬਹੁਤ ਸਾਰਾ ਹੈਗਾ ਅੰਸ਼ ਬੈਠਾ ਜਿਹਦਾ ਕੰਮ ਜਾਂ ਤਾਂ ਲੀਡਰਸ਼ਿਪ ਨੂੰ ਬਦਨਾਮ ਕਰਨਾ ਤਾਂ ਕਿ ਲੋਕਾਂ ਦਾ ਵਿਸ਼ਵਾਸ ਉੱਠੇ। ਕੁਛ ਲੋਕਾਂ ਦਾ ਇਹ ਵੀ ਕੰਮ ਹੈ ਵੀ ਇਹਨੂੰ ਕਿਵੇਂ ਡੀਸਟੇਬਲਾਈਜ਼ ਕਰਨਾ ਸਭ ਕਾਸੇ ਨੂੰ, ਇਹਦੇ 'ਤੇ ਵੀ ਉਹਨਾਂ ਦਾ ਜ਼ੋਰ ਲੱਗ ਰਿਹਾ। ਅਤੇ ਉਹਨਾਂ ਨੇ ਮੇਰੇ ਖਿਲਾਫ ਇੱਕ ਕੰਪੇਨ ਚਲਾਈ। ਪਰ ਧੰਨਵਾਦੀ ਹਾਂ ਮੈਂ ਲੋਕਾਂ ਦਾ, ਜਿਹੜੇ ਸੁਹਿਰਦ ਸੱਜਣ ਸੀ। ਮੈਂ ਕਿਸੇ ਨੂੰ ਕੁਛ ਨਹੀਂ ਕਿਹਾ, ਉਹ ਆਪਣੇ ਆਪ ਉਹਨਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਰਹੇ। ਹੌਲੀ ਹੌਲੀ ਉਹ ਵਾਸ਼ ਆਊਟ ਹੋ ਗਈ ਅਤੇ ਹੁਣ ਇਹ ਗੱਲ ਸਾਫ਼ ਹੋ ਗਈ ਆ ਵੀ ਆਪਾਂ ਦਿੱਲੀ ਦੇ ਅੰਦਰ ਜਾ ਕੇ ਪਰੇਡ ਕਰਾਂਗੇ। ਬਿਲਕੁਲ ਇਹਦਾ ਇਹੀ ਫੈਸਲਾ ਹੋਇਆ ਵੀ ਅਸੀਂ ਕਿਵੇਂ ਜਾਵਾਂਗੇ। ਔਰ ਉਹ ਅਸੀਂ ਹਾਲੇ ਜਿਹੜੀ 18 ਤਾਰੀਖ ਨੂੰ ਨਾ ਹੋ ਗਈ, ਪਰ ਅਸੀਂ ਉਹ ਉਦੋਂ ਤੱਕ ਡਿਕਲੇਅਰ ਨਹੀਂ ਕਰਾਂਗੇ ਜਦੋਂ ਤੱਕ ਸੁਪਰੀਮ ਕੋਰਟ ਦੇ ਵਿੱਚ ਕੋਈ ਫੈਸਲਾ ਨਹੀਂ ਆ ਜਾਂਦਾ। ਸਰਕਾਰ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਹੈ, ਉੱਥੇ ਸਾਡੇ 'ਤੇ ਇਲਜ਼ਾਮ ਲਾਏ ਨੇ, ਜੋ ਝੂਠੇ ਇਲਜ਼ਾਮ ਲਾ ਸਕਦੀ ਹੈ ਬੀਜੇਪੀ ਗਵਰਨਮੈਂਟ। ਇੱਥੇ ਜੀ ਖਾਲਿਸਤਾਨੀ ਨੇ ਜੀ, ਇਹ ਤਾਂ ਜੀ ਟੈਰਰਿਸਟ ਨੇ ਜੀ, ਇਹਨੂੰ ਫੋਰਨ ਫੰਡਿੰਗ ਹੈ ਜੀ, ਪਤਾ ਨਹੀਂ ਕੀ ਕੁਛ ਊਲ ਜਲੂਲ ਬੋਲੀ ਜਾਂਦੇ ਨੇ, ਕਿਉਂਕਿ ਉਹ ਗਿੱਝੇ ਨੇ ਨਾ ਫੋਰਨ ਉਹਨਾਂ ਦੇ ਕੋਲ ਆਉਂਦਾ ਫੋਰਨ ਦਾ ਬਹੁਤ ਪੈਸਾ, ਅਤੇ ਇਲੈਕਸ਼ਨਾਂ 'ਚ ਵੀ ਲੈਂਦੇ ਨੇ। ਉਸ ਕਰਕੇ ਉਹਨਾਂ ਨੂੰ ਸਾਰੀ ਜਿਹੜਾ ਉਹ ਸਾਉਣ ਦਾ ਅੰਨ ਹੈ ਉਹਨੂੰ ਸਭ ਕੁਝ ਹਰਾ ਹੀ ਹਰਾ ਦਿੰਦਾ। ਤਾਂ ਇਸ ਤਰ੍ਹਾਂ ਬੀਜੇਪੀ ਵਾਲਿਆਂ ਨੂੰ ਸਭ ਕੁਝ ਉੱਦਾਂ ਹੀ ਦਿੰਦਾ। ਜਿਹੜੇ ਉਹਨਾਂ ਦੇ ਔਗਣ ਨੇ ਉਹ ਸਾਡੇ 'ਤੇ ਲਾ ਕੇ ਪ੍ਰਚਾਰ ਕਰਦੇ ਨੇ। ਉਹ ਕਹਿੰਦੇ ਜੀ ਇਹਨਾਂ ਟੈਰਰਿਸਟ ਨੇ। ਇਹ ਸਾਡੇ ਮੁੰਡਿਆਂ ਨੇ ਬਨੈਣਾ 'ਤੇ ਲਿਖਿਆ ਆਈ ਐਮ ਨੋਟ ਟੈਰਰਿਸਟ, ਆਈ ਐਮ ਅ ਫਾਰਮਰ। ਉਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ, ਮੁੰਡਿਆਂ ਨੇ ਇਹਦਾ ਹੱਲ ਕਰਤਾ। ਪਿਛਲੇ ਕਈ ਦਿਨਾਂ ਤੋਂ ਨਾ ਰਾਜੇਵਾਲ ਸਾਹਿਬ, ਪੰਜਾਬ ਦੇ ਵਿੱਚ ਬੀਜੇਪੀ ਦੇ ਕੁਝ ਇੱਕ ਨੇਤਾਵਾਂ ਦੇ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਆ ਵੀ ਇਹ ਜਿਹੜੇ ਕਿਸਾਨ ਆਗੂ ਆ ਇਹ ਚਾਹੁੰਦੇ ਹੀ ਨਹੀਂ ਮਸਲੇ ਦਾ ਹੱਲ। ਇਹ ਚਾਹੁੰਦੇ ਜੀ ਕਿ ਲੰਮਾ ਚੱਲੇ ਇਹ ਅੰਦੋਲਨ, ਇਹਦੇ ਵਿੱਚੋਂ ਇੱਕ ਰਾਜਨੀਤਿਕ ਧਿਰ ਨਿਕਲੇ, ਫਿਰ ਬੀਜੇਪੀ ਦੇ ਆਗੂ ਚੱਕ ਕੇ ਨੇਤਾਵਾਂ ਨੂੰ ਅੰਦਰ ਕਰ ਦੇਣ, ਇਹ ਬਾਹਰ ਛੁੱਟ ਕੇ ਆਉਣ, ਪਿੰਡਾਂ ਵੱਲ ਜਾਣ, ਗਲਾਂ 'ਚ ਹਾਰ ਪੈਣ, ਸਵਾਗਤ ਹੋਵੇ, ਇਹ ਨੇਤਾ ਬਣ ਜਾਣ, ਇਹ ਐਦਾਂ ਹੋ ਜਾਣ। ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਅਸਲੀਅਤ ਉਹਨਾਂ ਦੀ ਦੱਸਾਂ, ਉਹਨਾਂ ਨੂੰ ਇੱਥੇ ਕੋਈ ਵਿਚਾਰਿਆਂ ਨੂੰ ਪੁੱਛਦਾ ਨਹੀਂ। ਉਹ ਐਵੇਂ ਪੂੰਛ ਮਾਰਦੇ ਫਿਰੀ ਜਾਂਦੇ ਨੇ। ਇਸ ਅੰਦੋਲਨ ਦੇ ਨਾਂ ਨਾਲ ਵੀ ਸਾਡਾ ਇੱਥੇ ਸ਼ਾਇਦ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਸਾਡੀ ਕੋਈ ਭੱਲ ਬਣ ਜਾਏਗੀ, ਅਤੇ ਉਹ ਜੋ ਮੂੰਹ ਆਉਂਦਾ ਉਹ ਬਕੀ ਜਾਂਦੇ ਆ। ਬਲਕਿ ਅਸੀਂ 2 ਲੀਡਰਾਂ ਦਾ ਤਾਂ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ, ਕਿਉਂਕਿ ਉਹ 2 ਸਾਡੇ ਕੋਲੇ ਪੱਕੀ ਖਬਰ ਆ ਗਈ ਵੀ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਕਹੇ ਬਈ ਅਸੀਂ ਅੰਦੋਲਨ ਫੇਲ ਕਰਨ ਦਾ ਜੁਮਾ ਸਾਡਾ। ਅੱਛਾ। ਔਰ ਉਹ ਉਦਣ ਦੇ ਉਹ ਪਹਿਲਾਂ ਤਾਂ ਬੋਲੀ ਗਏ। ਫਿਰ ਮੈਂ ਇੱਕ ਮੀਟਿੰਗ 'ਚ ਕਿਹਾ ਇਹਨਾਂ ਮੰਤਰੀਆਂ ਨੂੰ ਬਈ ਸਾਡਾ ਮੂੰਹ ਨਾ ਖੁਲਾਓ, ਆਪਣੇ ਉਹਨਾਂ ਦਾ ਮੂੰਹ ਬੰਦ ਕਰ ਦਿਓ। ਜੇ ਅਸੀਂ ਮੂੰਹ ਖੋਲ੍ਹ ਲਿਆ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ, ਤੁਹਾਡੇ ਬੰਦਿਆਂ ਨੂੰ ਕਿਸੇ ਨੇ ਬਖਸ਼ਣਾ ਨਹੀਂ। ਸਾਡੀ ਨੇਤਾ ਜੀ ਜੀ ਇੱਕ ਤਾਂ ਹਰਜੀਤ ਸਿੰਘ ਗਰੇਵਾਲ ਅਤੇ ਇੱਕ ਜਿਆਣੀ ਸਾਹਿਬ, ਦੋਹਾਂ ਦਾ ਅਸੀਂ ਰੈਜ਼ੋਲੂਸ਼ਨ ਕਰਕੇ ਫੈਸਲਾ ਕੀਤਾ ਅਸੀਂ ਇਹਨਾਂ ਦਾ ਸਮਾਜਿਕ ਬਾਈਕਾਟ। ਪਰ ਉਹ ਕਹਿੰਦੇ ਜੀ, ਮੈਂ ਪਿਛਲੇ ਦਿਨੀ ਬਿਆਨ ਪੜ੍ਹਿਆ, ਕਹਿੰਦੇ ਜੀ ਕਿ ਇਹ ਕੋਈ ਤਾਂ ਲੋਕਤੰਤਰ ਦੇ ਖਿਲਾਫ ਆ। ਸਮਾਜਿਕ ਬਾਈਕਾਟ ਨੂੰ ਅਸੀਂ ਕਿਹੜਾ 200 ਸਾਲ ਪਹਿਲਾਂ ਵਾਲੇ ਸਮਾਜ ਦੇ ਵਿੱਚ ਰਹਿੰਦੇ ਆ, ਇਹ ਤਾਂ ਜੀ ਗਲਤ ਕੀਤਾ, ਧੱਕਾ ਹੋ ਗਿਆ ਇਹਨੇ ਸਾਡੇ ਨਾਲ।
ਉਹਨਾਂ ਕੋਲ ਹੁਣ ਹੋਰ ਕਹਿਣ ਨੂੰ ਕੁਛ ਹੈ ਨਹੀਂ, ਵਿਚਾਰੇ ਕੁਛ ਤਾਂ ਕਹਿ ਕੇ ਖਹਿੜਾ ਚਲਾਉਣਗੇ। ਪਰ ਸਾਡੇ ਕੋਲ ਦੇਖੋ ਸਮਾਜਿਕ ਸਜ਼ਾ ਸਭ ਤੋਂ ਵੱਡੀ ਜਿਹੜੀ ਹੈ ਸਮਾਜਿਕ ਬਾਈਕਾਟ ਹੁੰਦਾ। ਸਾਡਾ ਭਾਈਚਾਰਾ ਜਦੋਂ ਸਾਥ ਛੱਡ ਜੇ ਇਹ ਬਹੁਤ ਵੱਡੀ ਸਜ਼ਾ ਹੁੰਦੀ ਆ, ਬੰਦਾ ਅੰਦਰੋਂ ਟੁੱਟ ਜਾਂਦਾ। ਤੋ ਉਹਨਾਂ ਨੂੰ ਹੁਣ ਪਤਾ ਜਿੱਥੇ ਜੋ ਵਿਚਾਰਾ ਕਿਸੇ ਹੋਟਲ ਤੇ ਰੋਟੀ ਖਾਣ ਜਾਂਦਾ ਉੱਥੇ ਕਿਸਾਨ ਭੱਜ ਕੇ ਘੇਰਨ ਵੜਦੇ ਨੇ, ਫਿਰ ਕੰਧ ਟੱਪ ਕੇ ਭੱਜ ਜਾਂਦਾ। ਤੋ ਉਹਨਾਂ ਨੂੰ ਪਤਾ ਤਾਂ ਹੈ, ਅੰਦਰੋਂ ਹਿੱਲੇ ਹੋਏ ਆ। ਮੈਨੂੰ ਇੱਕ ਵਾਰੀ ਇਹਨਾਂ ਦੇ ਵਿੱਚੋਂ ਇੱਕ ਸੱਜਣ ਟੈਲੀਫੋਨ ਕਰਕੇ ਕਹਿੰਦਾ, ਰਾਜੇਵਾਲ ਸਾਹਿਬ ਫੈਸਲਾ ਛੇਤੀ ਕਰ ਲਓ, ਨਹੀਂ ਤਾਂ ਹਾਲਾਤ ਇੰਨੇ ਖਰਾਬ ਨੇ। ਸਾਡੇ ਬੀਜੇਪੀ ਦੇ ਵਰਕਰ ਰੋ ਰੋ ਕੇ ਸਾਨੂੰ ਕਹਿੰਦੇ ਨੇ। ਹੁਣ ਉਹ ਹਾਲਾਤ ਸੁਧਰ ਗਏ ਉਹਨਾਂ ਨੂੰ ਜਦੋਂ ਇਹਨਾਂ ਦੀ ਵਾਰੀ ਆਈ। ਜੀ ਬਾਪੂ ਜੀ, ਇਸ ਵੇਲੇ NIA ਦਾ ਵੀ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ। ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਹਿੰਦੇ ਵੀ ਸੱਦ ਲਿਆ ਉਹਨਾਂ ਨੇ ਵੀ, ਆਓ ਤੁਹਾਡੇ ਤੋਂ ਪੁੱਛਗਿੱਛ ਕਰਦੇ ਆ। ਸੋ ਇਹ ਵੀ ਅੰਦੋਲਨ ਨੂੰ ਤੁਸੀਂ ਕੀ ਮੰਨਦੇ ਹੋ, ਦਬਾਉਣ ਦੀਆਂ ਕੋਸ਼ਿਸ਼ਾਂ ਨੇ, ਕੁਝ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ? ਦੇਖੋ ਭਾਜਪਾ ਉਖੜ ਚੁੱਕੀ ਆ ਅੰਦਰੋਂ, ਬਹੁਤ ਡਰੇ ਹੋਏ ਆ। ਮੈਂ ਉਹਨਾਂ ਨੂੰ ਹਰ ਮੀਟਿੰਗ 'ਚ ਦੇਖਦਾ, ਉਹ ਪੈਰਾਂ ਤੋਂ ਉਖੜੇ ਹੋਏ ਆ। ਅੱਜ ਕੱਲ੍ਹ ਮੋਦੀ ਨੂੰ ਜਿਹੜੀ ਉਹਦੀ ਹਿੰਡ ਹੈ ਨਾ, ਉਹ ਕੀ ਕਹਿੰਦੇ ਨੇ, ਰਾਜ ਹੱਟ, ਉਹਦੇ ਕਰਕੇ ਮਾਮਲਾ ਫਸਿਆ ਹੋਇਆ। ਅਦਰਵਾਈਜ਼ ਇਹ ਤਾਂ ਉਹ ਆਪ ਮੰਨਦੇ ਨੇ ਵੀ ਇਹ ਜੋ ਅਸੀਂ ਕਹਿੰਦੇ ਹਾਂ ਉਹ ਬਿਲਕੁਲ ਦਰੁਸਤ ਹੈ। ਹੁਣ ਉਹ ਫਸ ਗਏ, ਕਾਨੂੰਨ ਪਾਸ ਕਰਕੇ ਰਾਜ ਹਟ ਕਰਕੇ ਇੱਦਾਂ ਕਰਦੇ ਆ, ਅਤੇ ਇੱਦਾਂ ਦੇ ਇਲਜ਼ਾਮ ਜਾਣ ਬੁੱਝ ਕੇ ਲਾਉਂਦੇ ਆ। ਔਰ ਇੱਦਾਂ ਪਰੇਸ਼ਾਨ ਸਾਡੇ ਵਰਕਰਾਂ ਨੂੰ, ਸਾਡੇ ਜਿਹੜੇ ਹਮਦਰਦ ਨੇ ਉਹਨਾਂ ਨੂੰ, ਪੁਰਾਣੇ ਜਿਹੜੇ ਕੋਈ ਕੇਸਿਸ ਪਏ ਨੇ, ਅਸੀਂ ਉਹਨਾਂ ਨੂੰ ਘੋਖਿਆ, ਜਿਹੜੇ NIA ਦੇ ਨੋਟਿਸ ਆਏ ਆ, ਉਹਨਾਂ 'ਤੇ ਪਰਚੇ ਨਹੀਂ ਦਰਜ ਹੋਏ। ਇੱਕ ਪੁਰਾਣਾ ਕੋਈ ਪਰਚਾ ਦਰਜ ਹੋਇਆ, ਉਹਦੇ 'ਚ ਲਿਖਿਆ ਤੂੰ ਇਸ ਕੇਸ ਦੇ ਵਿੱਚ ਆ ਕੇ ਪੇਸ਼ ਹੋ। ਉਹਨਾਂ ਨੂੰ ਹਰੈਸ ਕਰਨ ਦੀ ਇੱਕ ਖੇਡ ਹੈ, ਅਤੇ ਅਸੀਂ ਚੇਤਾਵਨੀ ਦਿੱਤੀ ਅੱਜ ਸਰਕਾਰ ਨੂੰ ਵੀ ਇਹ ਬੰਦ ਕਰੋ। ਤੁਸੀਂ ਪਹਿਲਾਂ ਇਨਕਮ ਟੈਕਸ ਵਾਲੇ ਲੋਕਾਂ ਦੇ ਮਗਰ ਪਾਏ, ਹੁਣ ਤੁਸੀਂ ਇਹ NIA ਦਾ ਡਰਾਵਾ ਦੇਣ ਲੱਗੇ ਹੋ। ਅਸੀਂ ਇਹਨਾਂ ਤੋਂ ਡਰਨ ਵਾਲੇ ਲੋਕ ਨਹੀਂ, ਇਹ ਬੰਦ ਕਰੋ ਆਪਣੀ ਕਾਰਵਾਈ। ਅਸੀਂ ਪਿਛਲੀ ਮੀਟਿੰਗ 'ਚ ਕਹਿ ਕੇ ਆਏ ਹਾਂ ਵੀ ਜੇ ਤੁਸੀਂ ਇਹ ਬੰਦ ਨਾ ਕੀਤੀ ਤਾਂ ਫਿਰ ਅਸੀਂ ਕੋਈ ਸਖਤ ਕਾਰਵਾਈ ਕਰਾਂਗੇ। ਪੱਤਰਕਾਰਾਂ ਨੂੰ ਬਹੁਤ ਸਾਰੇ ਇਸ ਵਕਤ ਪਤਾ ਲੱਗਾ ਜੀ, ਸਮਾਜ ਸੇਵੀਆਂ ਨੂੰ, ਲੰਗਰ ਲਾਉਣ ਵਾਲਿਆਂ ਨੂੰ ਵੀ ਨੋਟਿਸ ਆਉਣ ਲੱਗ ਪਏ ਆ। ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਹੋਰਾਂ ਨੂੰ ਵੀ ਆ ਗਿਆ, ਉਧਰ ਅਮਰਪ੍ਰੀਤ ਖਾਲਸਾ ਏਡ ਵਾਲਿਆਂ ਨੂੰ ਵੀ ਆ ਗਿਆ, ਪੱਤਰਕਾਰ ਬਲਤੇਜ ਪੰਨੂ ਨੂੰ ਵੀ ਆ ਗਿਆ। ਕੀ ਕਹਿਣਾ ਚਾਹੋਗੇ ਵੀ ਜੇਕਰ ਆਉਂਦੇ ਸਮੇਂ ਦੇ ਵਿੱਚ ਇਹ ਜਿਨ੍ਹਾਂ ਨੂੰ ਨੋਟਿਸ ਆਏ ਆ, ਇਹਨਾਂ ਨੂੰ ਚਾਰੇ ਪਾਸਿਓਂ ਸਰਕਾਰ ਘੇਰਾ ਘੱਤ ਲੈਂਦੀ ਹੈ, ਤਾਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਵੀ ਧਿਰ ਬਣ ਕੇ ਖੜਨਗੀਆਂ ਕਿ ਨਹੀਂ? ਦੇਖੋ ਜੀ, ਉਹਨਾਂ ਦਾ ਕੋਈ ਕਸੂਰ ਨਹੀਂ, ਇਹ ਸਿਰਫ ਕਿਸਾਨ ਅੰਦੋਲਨ ਹੈ ਜਿਹਤੋਂ ਡਰਦੇ ਹੋਏ ਇਹੋ ਜਿਹੀ ਕਾਰਵਾਈ ਕਰ ਰਹੇ ਨੇ। ਅਸੀਂ ਬੜਾ ਸਿੱਧਾ ਉਹਨਾਂ ਨੂੰ ਕਿਹਾ ਵੀ ਡਰੋ ਨਾ, ਪਰਵਾਹ ਨਾ ਇਹਨਾਂ ਦੀ ਕਰੋ, ਅਸੀਂ ਤੁਹਾਡੇ ਨਾਲ ਹਾਂ। ਦੇਖਾਂਗੇ ਇਹਨਾਂ ਨੂੰ ਕੀ ਕਰਦੇ ਨੇ, ਕਿੰਨੇ ਕੁ ਨੂੰ ਫੜ ਕੇ ਲਿਜਾਂਦੇ ਨੇ NIA ਵਾਲੇ। ਮੈਨੂੰ ਤਾਂ ਇੱਦਾਂ ਲੱਗਦਾ ਵੀ ਇੱਕ ਇੰਸਟੀਟਿਊਸ਼ਨ ਇਹਨਾਂ ਨੇ ਗਿਣ ਕੇ ਇੱਕ ਇੰਸਟੀਟਿਊਸ਼ਨ ਦਾ ਪੱਠਾ ਬਿਠਾਤਾ। ਹੁਣ ਇਹ ਜਿਹੜੀ ਨਵੀਂ NIA ਖੜੀ ਕੀਤੀ ਹੈ, ਇਹ ਐਕਸਪੋਜ਼ ਹੋ ਗਈ। ਤੋ BJP ਇੰਨੀ ਉਖੜ ਜੇਗੀ, ਇਹ ਵੀ ਪਹਿਲੀ ਵਾਰੀ ਦੇਖਿਆ ਕੋਈ ਰੂਲਿੰਗ ਪਾਰਟੀ ਇੰਨੀ ਜ਼ਿਆਦਾ ਪੈਰਾਂ ਤੋਂ ਉਖੜ ਜੇ। ਔਰ ਦੂਜੇ ਪਾਸੇ ਉਹ ਕਹੇ ਮੇਰੇ ਕੋਲ ਮੈਜੋਰਟੀ ਬਹੁਤ ਹੈ, ਉਹਦੇ ਅੰਦਰ ਬੜਾ ਘਸਮਾਨ ਹੈ। BJP ਦੇ ਅੰਦਰ ਬਹੁਤ ਘਸਮਾਨ ਪਿਆ। ਸਾਡੇ ਕੋਲ ਸਾਰੀਆਂ ਖਬਰਾਂ ਆਉਂਦੀਆਂ। ਅਸੀਂ ਤਾਂ ਬੜਾ ਸਾਫ਼ ਸ਼ਬਦਾਂ 'ਚ ਕਿਹਾ ਵੀ ਅਸੀਂ ਉਹ ਲੋਕ ਹਾਂ ਜਿਹੜੇ ਆਪਣੀ ਕਣਕ ਦੇ ਦਾਣੇ ਮਿੱਟੀ ਵਿੱਚ ਮਿਲਾ ਕੇ ਆ ਜਾਂਦੇ, ਜਿਹਨੂੰ ਤੁਸੀਂ ਕਹਿੰਦੇ ਹੋ ਕਣਕ ਬੀਜਦੇ ਆ, ਫਿਰ 6 ਮਹੀਨੇ ਦੇਖਦੇ ਹਾਂ ਵੀ ਇਹ ਹੁਣ ਜੰਮੂ ਕਣਕ, ਫਿਰ ਇਹ ਵੱਡੀ ਹੋਊ, ਫਿਰ ਇਹਨੂੰ ਇਹਦੇ 'ਚ ਬੱਲੀ ਨਿਕਲੂ, ਫਿਰ ਬੱਲੀ 'ਚ ਦਾਣਾ ਪੱਕੂ, ਫਿਰ ਉਹਨੂੰ ਵੱਢਾਂਗੇ, ਫਿਰ ਅਸੀਂ ਉਹਨੂੰ ਕੱਢਾਂਗੇ। ਸਾਡਾ ਤਾਂ 6 ਮਹੀਨੇ ਦਾ ਦਾਈਆ ਉਈਓ ਸਾਡਾ ਪੱਕਾ ਹੀ ਹੈ। ਅਤੇ ਹੁਣ ਅਸੀਂ ਇੱਥੇ ਆ ਕੇ ਬਹਿ ਕੇ ਜਿੰਨੀ ਦੇਰ ਬਿਠਾਉਣਾ ਬਿਠਾ ਲਓ। ਇਹ ਤਾਂ ਹੁਣ ਪਿੱਛੇ ਮੁੜਨ ਵਾਲਾ ਨਹੀਂ ਕੰਮ, ਇਹ ਤਾਂ ਤੁਹਾਨੂੰ ਵਾਪਸ ਲੈਣੇ ਹੀ ਪੈਣੇ ਨੇ। ਜਿਹੜਾ ਥੁੱਕਿਆ ਇਹ ਤਾਂ ਹੁਣ ਚੱਟਣਾ ਹੀ ਪੈਣਾ ਤੁਹਾਨੂੰ। ਇੱਕ ਹੋਰ ਬੜਾ ਮਹੱਤਵਪੂਰਨ ਸਵਾਲ ਹੈ, ਇਸ ਅੰਦੋਲਨ ਦਾ ਮੋੜ ਘਟਾਉਣ ਦੇ ਲਈ ਬਿਲਕੁਲ ਕੂਣੀ ਮੋੜ ਘਟਾ ਵੀ ਦਿੱਤਾ ਉਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਲਿਆ। ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਬਣਾਤੀ। ਉਹ 4 ਮੈਂਬਰੀ ਕਮੇਟੀ ਪਹਿਲੇ ਅੱਧੇ ਘੰਟੇ 'ਚ ਨੰਗੀ ਹੋ ਗਈ। 48 ਘੰਟਿਆਂ ਦੇ ਵਿੱਚ ਇੱਕ ਜਣਾ ਮੈਦਾਨ ਛੱਡ ਗਿਆ। ਜਿਹੜੇ ਬਾਕੀ 3 ਆ ਉਹਨਾਂ ਦੇ ਵਿੱਚੋਂ ਵੀ ਆਸ ਹੈ ਮੈਦਾਨ ਛੱਡੂ, ਕਿਉਂਕਿ ਪਿਛਲੇ ਦਿਨੀ ਯੋਗੇਂਦਰ ਯਾਦਵ ਨੇ ਵੀ ਇਹ ਗੱਲ ਕਹੀ ਹੈ ਵੀ ਹਮ ਜਾਣਤੇ हैं एक और जा सकता है। ਹਾਂ, ਇੱਕ ਮੈਂਬਰ ਹੋਰ ਭੱਜੇਗਾ, ਉਹ ਤਿਆਰੀ 'ਚ ਭੱਜਣ ਦੇ। ਔਰ ਇੱਕ ਗੱਲ ਲੋਕਾਂ ਨੇ ਸਾਰਿਆਂ ਨੇ ਉਦੋਂ ਹੀ ਜਦੋਂ ਇਹਨਾਂ ਨੇ ਉਹ ਕਮੇਟੀ ਬਣਾਈ, ਤੁਰੰਤ ਲੋਕਾਂ ਨੇ, ਅੱਜ ਦੇ ਸਮੇਂ 'ਚ ਤੁਸੀਂ ਕਿਸੇ ਨੂੰ ਮੂਰਖ ਨਹੀਂ ਬਣਾ ਸਕਦੇ, ਉਹਨਾਂ ਨੇ ਕੱਢ ਕੇ ਉਹਨਾਂ ਦੇ ਜਿਹੜੇ ਲੇਖ ਹੈ ਨਾ ਕਾਨੂੰਨਾਂ ਦੇ ਹੱਕ 'ਚ ਉਹ ਲਿਖਦੇ ਰਹੇ ਨੇ, ਹਿੰਦੂ 'ਚ, ਇੰਡੀਅਨ ਐਕਸਪ੍ਰੈਸ 'ਚ, ਉਹ ਸਾਰੇ ਉਦੋਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਕਰਤੀਆਂ ਬਣਾ ਕੇ ਵੀਡੀਓਜ਼ ਵੀ ਇਹ ਬੰਦਾ, ਇਹਦਾ ਫਲਾਣੇ ਅਖਬਾਰ ਵਿੱਚ ਆਹ ਆਰਟੀਕਲ ਛਪਿਆ, ਇਹਦਾ ਫਲਾਣੇ ਅਖਬਾਰ 'ਚ ਆਹ ਆਰਟੀਕਲ ਛਪਿਆ। ਔਰ ਉਹ ਜਿੰਨੇ ਆਰਟੀਕਲ ਛਪੇ ਨੇ ਉਹਨਾਂ ਵਿੱਚ ਉਹਨਾਂ ਨੇ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਹੈ। ਅਤੇ ਇੱਕ ਮੈਂਬਰ ਜਿਹਨੇ ਅਸਤੀਫਾ ਦਿੱਤਾ, ਉਹਦੀ ਜਥੇਬੰਦੀ ਨੇ 11 ਵਜੇ ਉਹਨੂੰ ਬਾਹਰ ਕੱਢਤਾ ਅਤੇ ਉਹਦੀ ਮਜਬੂਰੀ ਹੋ ਗਈ, 1 ਵਜੇ ਉਹਨੇ ਅਸਤੀਫਾ ਦੇ ਦਿੱਤਾ। ਤੋ ਹਾਲੇ ਹੋਰ ਭੱਜਣਗੇ। ਇਸ ਕਮੇਟੀ ਦੀ ਜਿਹੜੀ ਹੁੰਦੀ ਹੈ ਨਾ ਕ੍ਰੈਡੀਬਿਲਟੀ,
ਉਹ ਤਾਂ ਰਹੀ ਨਹੀਂ, ਬਿਲਕੁਲ ਹੀ ਨਹੀਂ। ਲੋਕਾਂ ਦੇ ਵਿੱਚ ਬੜੀ ਸਾਫ਼ ਮੈਸੇਜ ਚਲਾ ਗਿਆ। ਜਿਹੜਾ ਇੰਟੈਲੈਕਚੁਅਲਸ ਨੇ, ਇਕੋਨੋਮਿਸਟ ਨੇ, ਜਿਹੜੇ ਠੀਕ ਸੋਚ ਵਾਲੇ ਲੋਕ ਨੇ, ਉਹਨਾਂ ਦੇ ਵਿੱਚ ਜਿਹੜੀ ਕਮੇਟੀ ਹੈ ਪਹਿਲਾਂ ਹੀ ਐਕਸਪੋਜ਼ ਹੋ ਚੁੱਕੀ ਹੈ। ਜੀ ਬਾਪੂ ਜੀ, ਜਨ ਅੰਦੋਲਨ ਬਣ ਚੁੱਕਿਆ। ਇੱਥੇ ਹੁਣ ਇਕੱਲੇ ਕਿਸਾਨ ਨਹੀਂ, ਹਰ ਵਰਗ ਦਾ ਬੰਦਾ ਇੱਥੇ ਵੇਖਣ ਨੂੰ ਮਿਲਦਾ, ਚਾਹੇ ਉਹ ਵਕੀਲ ਹੋਏ, ਡਾਕਟਰ ਹੋਏ ਜਾਂ ਕੋਈ ਵੀ ਹੋਏ, ਹਰ ਬੰਦਾ ਹੈ। ਮੰਨਦੇ ਹੋ ਇਹ ਵੀ ਕਿਤੇ ਨਾ ਕਿਤੇ ਤੰਗ ਤਾਂ ਹਰ ਵਰਗ ਸੀ, ਪਰੇਸ਼ਾਨ ਹਰ ਵਰਗ ਸੀ, ਪਰ ਇਸ ਅੰਦੋਲਨ ਨੇ ਹਰੇਕ ਨੂੰ ਆਪਣੇ ਦਿਲ ਦੀ ਗੱਲ ਕਹਿਣ ਦਾ ਮੌਕਾ ਦਿੱਤਾ ਹੈ। ਹਾਂ, ਬਿਲਕੁਲ ਠੀਕ ਹੈ। ਇਸ ਅੰਦੋਲਨ ਤੋਂ ਪਹਿਲਾਂ ਲੋਕੀ ਘੁੱਟੇ ਜੇ ਸੀ, ਕਿਉਂਕਿ ਜਿਸ ਤਰ੍ਹਾਂ ਸਾਡੇ ਇੱਕ ਰਿਵਾਜ ਬਣ ਗਿਆ, ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਚਾਹੇ ਕਿਸੇ ਪਾਰਟੀ 'ਚ ਬੈਠੀ ਹੋਵੇ, ਉਹ ਝੂਠ ਫਰੇਬ ਔਰ ਪੈਸੇ ਬਣਾਉਣ ਤੋਂ ਸਿਵਾ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੁੰਦਾ। ਤੋ ਉਹ ਲੋਕਾਂ ਨੂੰ ਜਿਹੜੀ ਠੀਕ ਸੇਧ ਦੇਣੀ ਹੁੰਦੀ ਹੈ, ਮੈਂ ਸਮਝਦਾ ਉਹਦੇ ਵਿੱਚ ਨਾਕਾਮ ਰਹੇ ਨੇ। ਅਤੇ ਲੋਕਾਂ ਨੂੰ ਜਦੋਂ ਇਹ ਗੱਲ ਸਮਝ ਪਈ ਔਰ ਪਤਾ ਲੱਗ ਗਿਆ ਲੋਕਾਂ ਨੂੰ ਵੀ ਜੇ ਇਹ ਕਾਨੂੰਨ ਲਾਗੂ ਹੋ ਗਏ ਉਹ ਤੋਂ ਬਾਅਦ ਸਾਡਾ ਭਵਿੱਖ ਖਤਰੇ 'ਚ ਹੈ, ਅਤੇ ਲੋਕ ਆਪ ਮੁਹਾਰੇ ਬਾਹਰ ਨਿਕਲ ਆਏ। ਅਤੇ ਅੱਜ ਪੋਲੀਟੀਕਲ ਲੀਡਰਸ਼ਿਪ ਨੂੰ ਆਪਣੀ ਜ਼ਮੀਨ ਲੱਭਣ ਦਾ ਫਿਕਰ ਪਿਆ ਹੋਇਆ। ਕੋਈ ਕੁਛ ਬੋਲਦਾ ਫਿਰਦਾ, ਕੋਈ ਕੁਛ ਬੋਲਦਾ ਫਿਰਦਾ। ਲੋਕੀ ਉਹਨਾਂ ਦੀ ਸੁਣਨ ਨੂੰ ਤਿਆਰ ਨਹੀਂ। ਲੋਕੀ ਇੱਥੇ ਹੀ ਕੰਸਨਟਰੇਟ ਕਰ ਲਈ ਸਭ ਨੇ ਆਪਣੀ ਸੋਚ ਵੀ ਇਹ ਕਾਨੂੰਨ ਵਾਪਸ ਹੋਣੇ ਬਹੁਤ ਜ਼ਰੂਰੀ ਨੇ। ਇਸ ਕਰਕੇ ਮੈਂ ਇਹਦਾ ਇੱਕ ਪਾਰਟ ਹਾਂ, ਮੈਂ ਆਪਣਾ ਰੋਲ ਅਦਾ ਕਰਨਾ। ਇਹ ਚਾਹੇ ਇੱਥੇ ਕੋਈ ਜਾਤ ਪਾਤ ਦਾ ਸਵਾਲ ਨਹੀਂ ਰਿਹਾ, ਕੋਈ ਸਿਰਫ ਖੇਤੀ ਦਾ ਸਵਾਲ ਨਹੀਂ ਰਿਹਾ। ਵਪਾਰੀ, ਦੁਕਾਨਦਾਰ, ਮਜ਼ਦੂਰ ਸਭ ਇਸ ਅੰਦੋਲਨ 'ਚ ਰੋਜ਼ ਵੱਡੀ ਗਿਣਤੀ ਵਿੱਚ ਲੋਕੀ ਆਉਂਦੇ ਨੇ। ਆ ਕੇ ਇੱਥੇ ਇਸ ਤਰ੍ਹਾਂ ਆਉਂਦੇ ਨੇ ਵੀ ਜਿਵੇਂ ਇੱਥੇ ਹਾਜ਼ਰੀ ਲਾਉਣਾ ਕਿਸੇ ਤੀਰਥ ਸਥਾਨ 'ਤੇ ਜਾਣ ਵਾਲੀ ਗੱਲ ਹੁੰਦੀ ਹੈ। ਰਾਜੇਵਾਲ ਸਾਹਿਬ, ਪੰਜਾਬ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਹੈ ਉਹਦੇ ਵੱਲ ਨਾ ਸੌਂਕੜਾ ਵਾਂਗੂ ਲੜਾਈ ਇਸ ਅੰਦੋਲਨ ਦੇ ਨਾਂ ਦੇ ਉੱਤੇ ਵੀ ਲੜੀ ਜਾ ਰਹੀ ਹੈ। ਇੱਕ ਜਣਾ ਕਹਿੰਦਾ ਵੀ ਜਿਹੜਾ ਫਲਾਣਾ ਨੇਤਾ ਨਾ ਇਹ ਅਮਿਤ ਸ਼ਾਹ ਦੇ ਨਾਲ ਮਿਲਿਆ ਹੋਇਆ, ਅੰਦੋਲਨ ਨੂੰ ਖਤਮ ਕਰਨਾ ਚਾਹੁੰਦਾ। ਦੂਜਾ ਕਹਿੰਦਾ ਨਾ, ਮੈਂ ਤਾਂ ਬਚਪਨ ਤੋਂ ਹੀ ਕਿਸਾਨਾਂ ਦੇ ਨਾਲ ਆ ਜਿਹੜਾ ਇਹ ਉਹਦੇ ਨਾਲ ਮਿਲਿਆ ਹੋਇਆ, ਇਹ ਤਬਾਹ ਕਰਨਾ ਚਾਹੁੰਦਾ। ਤੀਜਾ ਉੱਠਦਾ ਕਹਿੰਦਾ ਨਾ, ਇਹ ਦੋਵੇਂ ਹੀ ਮਾੜੇ ਆ, ਮੇਰੇ ਵਰਗਾ ਚੰਗਾ ਕੋਈ ਨਹੀਂ। ਤੁਸੀਂ ਮੰਨਦੇ ਹੋ ਵੀ ਇਸ ਅੰਦੋਲਨ ਦੀ ਖੂਬਸੂਰਤੀ ਤੇ ਬਚਾਅ ਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਪੰਜਾਬ ਦੇ ਨੇਤਾ ਥੜੇ ਤੇ ਨਹੀਂ ਚੜ੍ਹਨ ਦਿੱਤੇ? ਬਿਲਕੁਲ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਅਸਲ 'ਚ ਪੰਜਾਬ 'ਚ ਬੀਜੇਪੀ ਦਾ ਤਾਂ ਹੈ ਹੀ ਨਹੀਂ ਕੁਛ। ਤਾਂ ਮੈਂ ਇਹ ਵੀ ਉਹਨਾਂ ਨੂੰ ਜ਼ਿਕਰ ਕੀਤਾ ਵੀ ਤੁਹਾਨੂੰ ਪੰਜਾਬ ਦਾ ਸਾਨੂੰ ਪਤਾ ਹੈ, ਤੁਹਾਨੂੰ ਪੰਜਾਬ ਦਾ ਇਸ ਕਰਕੇ ਕੋਈ ਬਹੁਤਾ ਦਰਦ ਨਹੀਂ ਵੀ 13 ਤਾਂ ਕੁੱਲ ਸੀਟਾਂ ਨੇ, ਉਹਦੇ ਵਿੱਚ 2 ਸੀਟਾਂ ਤੁਹਾਡੇ ਕੋਲ ਨੇ, ਉਹ ਅਕਾਲੀ ਦਲ ਦੀ ਮਦਦ ਨਾਲ ਲੈ ਲਈਆਂ। ਅਗਲੀ ਵਾਰੀ ਪਤਾ ਨਹੀਂ ਕੀ ਹੋਊ। ਔਰ ਹੁਣ ਹਰਿਆਣੇ ਦੇ ਵਿੱਚ ਉੱਥੇ ਵੀ 10 ਸੀਟਾਂ ਨੇ ਸਿਰਫ। ਇਹ 23 ਸੀਟਾਂ ਵਾਲੀ ਸਟੇਟ ਦਾ ਇਹ ਤਾਂ ਸਿਰਫ ਇਸ ਕਰਕੇ ਆ ਵੀ ਅਸੀਂ ਬਾਰਡਰ ਸਟੇਟ ਹਾਂ, ਇਹਦਾ ਉਹਨਾਂ ਨੂੰ ਚਿੰਤਾ ਹੈ। ਦੂਸਰੀ ਹਰਿਆਣਾ, ਉੱਥੇ ਉਹਨਾਂ ਦੀ ਸਰਕਾਰ ਹੈ, ਸਰਕਾਰ ਟੁੱਟੀ ਭੱਜੀ ਜੀ ਹੈ, ਉਹਦੇ ਵਿੱਚ ਵੀ ਘਸਮਾਨ ਪੈ ਗਿਆ ਅਤੇ ਇਸ ਕਰਕੇ ਉਹਨਾਂ ਨੂੰ ਚਿੰਤਾ ਹੋਈ। ਹੁਣ ਜਦੋਂ ਬਾਹਰਲੀਆਂ ਸਟੇਟਾਂ ਨਾਲ ਆ ਕੇ, ਉੱਤਰਾਖੰਡ ਤੋਂ ਕਿਸਾਨ ਇੱਥੇ ਆ ਗਏ, ਯੂਪੀ ਤੋਂ ਆ ਗਏ, ਰਾਜਸਥਾਨ ਤੋਂ ਆ ਗਏ, ਮਹਾਰਾਸ਼ਟਰ ਤੋਂ ਆ ਗਏ, ਮੱਧ ਪ੍ਰਦੇਸ਼ ਤੋਂ ਆ ਗਏ, ਫਿਰ ਇਹ ਜਦੋਂ ਇਹਦਾ ਜਿਹੜਾ ਕੌਮਾਂਤਰੀ ਚਿਹਰਾ ਬਣਿਆ, ਫਿਰ ਜਿਸ ਤਰ੍ਹਾਂ ਬਾਹਰਲੇ ਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਥਾਂ ਅੰਬੈਸੀਆਂ ਨੂੰ ਘੇਰਿਆ, ਅਤੇ ਟਰੰਪ ਦਾ ਜਿਹੜਾ ਫੋਰਨ ਮਿਨਿਸਟਰ ਸੀ ਪੋਂਪੀਓ, ਉਹਨੂੰ ਜਾ ਕੇ ਉੱਥੇ ਦੇ MPs ਨੇ ਕਿਹਾ ਵੀ ਤੁਸੀਂ ਆਪਣਾ ਇਹ ਜਿਹੜਾ ਹੈਗਾ ਤੁਸੀਂ ਆਪਣੇ ਰੁਤਬਾ ਉੱਥੇ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰੋ, ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ। ਅਤੇ ਇਸੇ ਤਰ੍ਹਾਂ 100 MP ਨੇ ਸਾਡੇ ਕੋਲ, ਉਹ ਚਿੱਠੀ ਆਈ ਪਈ ਹੈ ਉਹਦੀ ਕਾਪੀ। 100 MP ਨੇ ਇੰਗਲੈਂਡ ਦੇ ਵਿੱਚ ਆਪਣੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਵੀ ਤੁਸੀਂ 26 ਜਨਵਰੀ ਨੂੰ ਐਜ਼ ਮੁੱਖ ਮਹਿਮਾਨ ਨਾ ਜਾਓ, ਅਤੇ ਮੋਦੀ ਦੇ ਕੋਲ ਇਹ ਗਿਲਾ ਕਰੋ ਵੀ ਉਹ ਆਪਣੇ ਕਿਸਾਨਾਂ ਨਾਲ ਧੱਕਾ ਕਰਨਾ ਬੰਦ ਕਰੇ। ਔਰ ਇਸ ਅੰਦੋਲਨ ਦੀ ਇੱਕ ਮੈਂ ਸਮਝਦਾ ਪ੍ਰਾਪਤੀ ਇਹ ਵੀ ਹੈ, ਹੁਣ ਤੱਕ ਇਹ ਰਿਹਾ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟਸ ਇਨਵੈਸਟਮੈਂਟ ਲਿਆਉਂਦੇ ਨੇ ਜੀ, ਇਹਨਾਂ ਦਾ ਬੜਾ ਅਹਿਮ ਰੋਲ ਹੁੰਦਾ ਹੈ, ਇਹ ਤੋਂ ਬਿਨਾਂ ਦੇਸ਼ ਨਹੀਂ ਚੱਲਣਾ। ਹੁਣ ਜਦੋਂ ਇਸ ਅੰਦੋਲਨ ਨੇ ਸਭ ਕੁਝ ਐਕਸਪੋਜ਼ ਕੀਤਾ ਵੀ ਜਿੱਥੇ ਜਿੱਥੇ ਇੱਦਾਂ ਦੇ ਕਾਨੂੰਨ ਲਾਗੂ ਹੋਏ, ਉੱਥੇ ਈਵਨ ਅਮਰੀਕਾ ਵਰਗੇ ਦੇਸ਼ ਵਿੱਚ ਉੱਥੇ ਦੀ 80% ਜ਼ਮੀਨ ਕਾਰਪੋਰੇਟਸ ਦੇ ਕੋਲ ਹੈ, 20% ਲੋਕਾਂ ਦੇ ਕੋਲ ਆ ਸਾਰੀ। ਔਰ ਡਿਵੈਲਪ ਕੰਟਰੀ ਹੈ ਜਿੱਥੇ ਉੱਥੇ ਫੇਲ ਹੋਇਆ ਮਾਡਲ, ਇਹ ਸਾਡੇ ਇੱਥੇ ਲਾਗੂ ਕਰਨਾ ਚਾਹੁੰਦੇ ਨੇ। ਇੱਥੇ ਤਾਂ ਆਬਾਦੀ ਦਾ ਵੱਡਾ ਹਿੱਸਾ ਆਪਣੀ ਰੋਟੀ ਉਹ ਇੱਥੋਂ ਕਮਾ ਕੇ ਖਾਂਦਾ, ਉਹਨੂੰ ਹੋਰ ਕੋਈ ਕੰਮ ਧੰਦਾ ਹੀ ਨਹੀਂ ਆਉਂਦਾ। ਅਤੇ ਜੇ ਉਹਨਾਂ ਕੋਲੋਂ ਇਹ ਵੀ ਖੋਲ੍ਹਿਆ ਤਾਂ ਸਰਕਾਰ ਕੋਲ ਐਮਪਲੋਇਮੈਂਟ ਵੀ ਹੈ ਨਹੀਂ ਦੇਣ ਨੂੰ। ਨਾ ਉਹ ਜਿਵੇਂ ਕੱਲ੍ਹ ਇੱਕ ਜਿਹੜਾ ਸੀ IMF ਦੇ ਡਾਇਰੈਕਟਰ ਨੇ ਕਿਹਾ ਬਈ ਜੀ ਉਹਨੇ ਆਪਣੇ ਇਹ ਕਾਨੂੰਨ ਉਹਨਾਂ ਦੇ ਦਬਾਅ ਹੇਠ ਬਣੇ ਨੇ ਨਾ, ਉਹਨਾਂ ਨੇ ਕਿਹਾ ਜੀ ਇਹ ਕਾਨੂੰਨ ਬਣਾਉਣਾ ਹੀ ਕਾਫੀ ਨਹੀਂ, ਇਹਨਾਂ ਨੂੰ ਫਟਾਫਟ ਲਾਗੂ ਕਰੇ ਸਰਕਾਰ। ਉਹ ਅਗਲੇ ਨੇ ਕਿਹਾ ਵੀ ਉੱਥੇ ਤਾਂ ਐਜੀਟੇਸ਼ਨ ਹੁੰਦੀ ਹੈ, ਉੱਥੇ ਫਿਰ ਲੋਕੀ ਬਸ 'ਚ ਨਹੀਂ ਰਹਿਣੇ। ਉਹ ਕਹਿੰਦਾ ਵੀ ਉਹਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ ਮੋਦੀ ਸਰਕਾਰ, ਜਾਂ ਸੋਸ਼ਲ ਸਿਕਿਉਰਿਟੀ ਦਾ ਪ੍ਰਬੰਧ ਕਰੇ। ਇਹਦਾ ਮਤਲਬ ਬੜਾ ਸਾਫ਼ ਹੈ ਵੀ ਇਹ ਉਹਨਾਂ ਦੇ ਦਬਾਅ ਹੇਠ ਕੀਤਾ।
ਸਾਰੀ ਦੁਨੀਆ 'ਚ ਕਾਰਪੋਰੇਟਸ ਜਿਹੜੇ ਨੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਨੇ। ਔਰ ਤੁਸੀਂ ਹੈਰਾਨ ਹੋਗੇ ਵੀ ਅਫਰੀਕਾ ਦੇ ਵਿੱਚ ਵੀ ਉੱਥੇ ਦੇ ਕਿਸਾਨ ਇਸੇ ਤਰ੍ਹਾਂ ਦੇ ਅੰਦੋਲਨ ਦੀ ਤਿਆਰੀ ਕਰਨ ਲੱਗ ਪਏ ਨੇ। ਤੇ ਨਵੀਂ ਇਹ ਚੇਤਨਾ, ਕੱਲ ਕਿਸੇ ਅਰਥ ਸ਼ਾਸਤਰੀ ਦਾ ਮੈਂ ਪੜ੍ਹ ਰਿਹਾ ਸੀ ਵੀ ਜੇ ਨਵਾਂ ਆਰਥਿਕ ਜਿਹੜਾ ਮਾਡਲ ਸਮਝਣਾ ਹੈ ਤਾਂ ਇਸ ਕਿਸਾਨ ਅੰਦੋਲਨ ਤੋਂ ਆ ਕੇ ਸਮਝਣ, ਵਰਲਡ ਬੈਂਕ ਤੇ IMF ਵਾਲੇ। ਇੱਕ ਬੜਾ ਮਹੱਤਵਪੂਰਨ ਸਵਾਲ ਆ ਵੀ ਜਿਵੇਂ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਤੁਹਾਨੂੰ ਆਸ ਹੈ ਇਸ ਗੱਲ ਦੀ ਵੀ ਇਸ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਰਾਜਨੀਤਿਕ ਪਾਰਟੀ ਨਿਕਲੂ, ਇੱਕ ਜਾਂ ਦੋ? ਨਹੀਂ, ਹਾਲੇ ਇਦਾਂ ਦੀ ਕੋਈ ਗੱਲ ਨਹੀਂ, ਨਾ ਕਿਸੇ ਨੇ ਕਦੀ ਇਸ ਪਾਸੇ ਸੋਚਿਆ ਵੀ ਨਹੀਂ ਹੈ। ਤਾਂ ਤੁਸੀਂ ਸਵਾਲ ਕੀਤਾ, ਪਹਿਲੀ ਵਾਰੀ ਮੈਂ ਸਵਾਲ ਸੁਣ ਰਿਹਾ। ਅੱਜ ਤੱਕ ਬੜੇ ਚੈਨਲ ਆਉਂਦੇ ਨੇ ਇੰਟਰਵਿਊ ਕਰਨ, ਇੱਦਾਂ ਦਾ ਕਦੇ ਸਵਾਲ ਵੀ ਨਹੀਂ ਕਿਸੇ ਨੇ ਕੀਤਾ, ਨਾ ਕਿਸੇ ਦਾ ਮਾਈਂਡ ਸੈੱਟ ਹੈ। ਸਾਰਿਆਂ ਦੀ ਜਿੰਨਾ ਫੋਕਸ ਹੈ ਉਹ ਇਸ ਅੰਦੋਲਨ ਦੀਆਂ ਮੰਗਾਂ ਦੇ ਉੱਤੇ ਹੈ। ਔਰ ਇੱਕ ਬੜੀ ਮਜ਼ੇਦਾਰ ਗੱਲ ਇਹ ਹੈ ਵੀ ਅਸੀਂ 32 ਜਥੇਬੰਦੀਆਂ, ਕੁਝ ਬਾਹਰਲੀਆਂ ਜਥੇਬੰਦੀਆਂ 40 ਕੁ ਹੋਈਆਂ। ਇੱਕ ਕਮਾਲ ਦਾ ਇਹ ਸਿਸਟਮ ਸੈਟਅਪ ਹੋ ਗਿਆ ਜਿਹੜਾ ਲੰਬਾ ਚੱਲਣ ਨਾਲ 7-8 ਮਹੀਨੇ ਤੋਂ ਤਾਂ ਸਾਰੇ ਹੀ ਸਰਗਰਮੀ ਨਾਲ ਚੱਲ ਰਹੇ ਨੇ। ਮੈਂ ਤਾਂ ਇਸ ਅੰਦੋਲਨ ਇਹਦੀ ਜੜ 2 ਸਾਲ ਪਹਿਲਾਂ ਰੱਖਤੀ ਸੀ। ਅਤੇ ਉਹ ਜਦੋਂ ਸਾਰੇ ਇਕੱਠੇ ਹੁੰਦੇ ਆ ਨਾ, ਹਰੇਕ ਦੀ ਆਪੋ ਆਪਣੀ ਆਰਡਰ ਆਏ ਹੈ, ਹਰੇਕ ਦਾ ਆਪੋ ਆਪਣਾ ਸੋਚਣ ਦਾ ਢੰਗ ਹੈ ਜਿਹੜਾ ਜਿੱਥੇ ਜਥੇਬੰਦੀਆਂ 'ਚ ਕੰਮ ਕਰਦਾ ਸੀ। ਔਰ ਅਸੀਂ ਇਹ ਤੈਅ ਕਰ ਲਿਆ ਵੀ ਅਸੀਂ ਬਹੁਮਤ ਨਾਲ ਫੈਸਲਾ ਕਰਾਂਗੇ ਜਾਂ ਸਰਬਸੰਮਤੀ ਨਾਲ ਫੈਸਲਾ ਕਰਾਂਗੇ। ਔਰ ਇਸ ਇੰਨਾ ਕਾਰਗਰ ਹੋਇਆ। 8-8 ਘੰਟੇ ਇੱਕ ਗੱਲ ਦੇ ਉੱਤੇ ਡਿਬੇਟ ਹੁੰਦੀ ਹੈ, ਬਾਲ ਦੀ ਖੱਲ ਲਾ ਕੇ ਅਖੀਰ 'ਚ ਜਦੋਂ ਜਿਨ੍ਹਾਂ ਦੀ ਰਾਏ ਵੀ ਉਲਟ ਹੁੰਦੀ ਹੈ, ਬਾਹਰ ਨਿਕਲ ਕੇ ਉਹ ਉਹੀ ਕਹਿੰਦੇ ਨੇ ਜਿਹੜਾ ਸਾਰਿਆਂ ਨੇ ਪਾਸ ਕੀਤਾ ਹੁੰਦਾ। ਜਦੋਂ ਜਾਂਦੇ ਹੋ ਬੱਸ ਦੇ ਵਿੱਚ ਬੈਠ ਕੇ, ਉਦੋਂ ਮਨ ਦੇ ਉੱਤੇ ਕਿੰਨਾ ਕੁ ਦਬਾਅ ਹੁੰਦਾ, ਤਣਾਅ ਕਿੰਨਾ ਕੁ ਹੁੰਦਾ ਵੀ ਯਾਰ ਇਸ ਵਕਤ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਿਗਾਹ ਟਿਕਾਈ ਬੈਠੇ ਆ ਵੀ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ? ਟੈਣਾ ਸਾਹਿਬ, ਤੁਸੀਂ ਬਹੁਤ ਇਹ ਮੈਨੂੰ ਭਾਵੁਕ ਕਰਨ ਵਾਲਾ ਸਵਾਲ ਕਰਤਾ। ਆਹ ਬਜ਼ੁਰਗ ਇੰਨੀ ਠੰਡ 'ਚ ਇੱਥੇ ਬੈਠੇ ਆ, ਤੁਸੀਂ ਕੀ ਸਮਝਦੇ ਹੋ ਮੈਨੂੰ ਨੀਂਦ ਆਉਂਦੀ ਹੈ? ਮੈਂ ਤੁਹਾਡੀ ਇੱਕ ਵਜੇ ਤੱਕ ਮੈਂ ਸੌਂਦਾ ਨਹੀਂ, ਜਿੰਨੀ ਦੇਰ ਤੱਕ ਇਹ ਖੁਸ਼ੀ ਕਰ ਨਹੀਂ ਜਾਂਦੇ ਸਾਨੂੰ ਚੈਨ ਨਹੀਂ ਆਉਂਦੀ। ਤੁਸੀਂ ਬਹੁਤ ਭਾਵੁਕ ਹੋ ਗਏ ਹੋ। ਅਸੀਂ ਚਾਹੁੰਦੇ ਵੀ ਚੜ੍ਹਦੀ ਕਲਾ ਦੇ ਵਿੱਚ ਰਹੋ। ਸਾਰੇ ਸਾਥੀ ਇਸ ਵੇਲੇ ਭਾਵੁਕ ਹੈਗੇ ਆ ਤੇ ਬਹੁਤ ਸਾਰੀਆਂ ਆਸਾਂ ਨੇ ਤੁਹਾਡੇ ਕੋਲੋਂ, ਕਿਉਂਕਿ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕ ਆ ਜਿਹੜੇ ਉਹ ਇਸ ਵਕਤ ਸੋਚ ਰਹੇ ਆ ਵੀ ਕੀ ਬਣੂਗਾ, ਸਭ ਕੁਝ ਚੰਗਾ ਹੀ ਬਣੇ, ਚੰਗਾ ਨਤੀਜਾ ਸਭ ਦੇ ਸਾਹਮਣੇ ਆਵੇ। ਹਰਮਨ ਜੀ ਵੀ ਭਾਵੁਕ ਹੋ ਗਏ, ਰੋ ਪਏ ਆ। ਤੇ ਚਲੋ ਤੁਸੀਂ ਇੱਕ ਸਵਾਲ ਦੇ ਨਾਲ ਮੋੜ ਘਟਾਓ ਗੱਲ ਦਾ ਤੇ ਭਾਵੁਕਤਾ ਦੇ ਵਿੱਚੋਂ ਬਾਹਰ ਆਓ। ਜੀ ਬਾਪੂ ਜੀ, ਔਰਤਾਂ ਨੇ ਬਹੁਤ ਵੱਡੀ ਸ਼ਮੂਲੀਅਤ ਇਸ ਅੰਦੋਲਨ ਦੇ ਵਿੱਚ ਕੀਤੀ ਹੈ। ਇਹ ਪਹਿਲੀ ਵਾਰ ਹੋਇਆ ਕਿ ਔਰਤਾਂ ਵੀ ਘਰੋਂ ਟਰੈਕਟਰ ਲੈ ਕੇ ਨਿਕਲ ਆਈਆਂ ਨੇ ਵੀ ਅਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆਵਾਂਗੀਆਂ। ਕੀ ਮੰਨਦੇ ਹੋ ਇਸ ਅੰਦੋਲਨ ਦੇ ਨਾਲ ਸਮਾਜ ਦੇ ਵਿੱਚ ਜੋ ਔਰਤ ਦਾ ਰੁਤਬਾ ਹੈ ਉਹਦੇ ਵਿੱਚ ਵੀ ਕੋਈ ਬਦਲਾਅ ਆਏਗਾ ਅੱਗੇ? ਹੁਣ ਇੱਥੇ ਕੁਝ ਐਸੀਆਂ ਬੀਬੀਆਂ ਜਿਹੜੀਆਂ ਵੈਲ ਐਜੂਕੇਟਿਡ ਨੇ, ਉਹਨਾਂ ਨੂੰ ਇਸ ਦੇ ਉੱਤੇ ਲੈਕਚਰ ਦੇਣ ਵਾਸਤੇ ਸਾਰੇ ਨਾਕਿਆਂ 'ਤੇ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ। ਔਰ ਬੀਬੀਆਂ ਥਾਂ ਪ੍ਰੋਗਰਾਮ ਦੀਆਂ ਇੰਚਾਰਜ ਉਹ ਹੋਣਗੀਆਂ। ਉਹ ਇਸੇ ਤਰ੍ਹਾਂ 20 ਤਾਰੀਖ ਨੂੰ ਅਸੀਂ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਸ ਦਿਨ ਸਾਰੇ ਮਨਾਵਾਂਗੇ। ਔਰ ਅਸੀਂ ਕਿਹਾ ਪੰਜਾਬ 'ਚ ਸਾਰੇ ਜਿੱਥੇ ਵੀ ਵਸਦੇ ਹੋ ਉੱਥੇ ਜਿੱਥੇ ਇਹ ਪ੍ਰਕਾਸ਼ ਉਤਸਵ ਮਨਾਓਗੇ ਉੱਥੇ ਗੁਰੂ ਸਾਹਿਬ ਦਾ ਉਹ ਸ਼ਬਦ ਦੇਸ਼ ਸੇਵਾ ਵਰ ਮੋਹੇ ਹੈ, ਇਹਦਾ ਵਾਰ-ਵਾਰ ਗਾਇਨ ਕਰੋ। ਇਹਨੂੰ ਅਸੀਂ ਸੰਕਲਪ ਦਿਵਸ ਵਜੋਂ ਮਨਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਆਪਣੇ ਆਪੇ ਦੀ ਹੋਰ ਸਮਝ ਆ ਜਾਏ, ਜਿਹੜੀ ਅੱਜ ਆ ਗਈ ਹੋਰ ਸਮਝ ਆ ਜਾਏ, ਕਲੈਰਿਟੀ ਹੋਰ ਜ਼ਿਆਦਾ ਹੋਵੇ ਤਾਂ ਕਿ ਇੱਥੋਂ ਜਾ ਕੇ ਇਸ ਅੰਦੋਲਨ ਨੂੰ ਜਿੱਤ ਕੇ ਜਾ ਕੇ ਵੀ ਇਹਨਾਂ ਨੂੰ ਕੋਈ ਮੂਰਖ ਨਾ ਬਣਾ ਸਕੇ। ਇਹ ਸਾਡੀ ਕੋਸ਼ਿਸ਼ ਹੈ। ਬਹੁਤ ਖੂਬ। ਰਾਜੇਵਾਲਾ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸਾਡੇ ਦਰਸ਼ਕਾਂ ਦੀ ਬੜੀ ਮੰਗ ਸੀਗੀ ਕਿ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਰਾਜੇਵਾਲਾ ਸਾਹਿਬ ਦੇ ਨਾਲ ਖੁੱਲ੍ਹੀਆਂ ਦਿਲ ਦੀਆਂ ਗੱਲਾਂ ਕੀਤੀਆਂ ਜਾਣ। ਇਹ ਸਾਰੇ ਸਵਾਲ ਉਹਨਾਂ ਦੇ ਸੀ ਅਸਲ ਦੇ ਵਿੱਚ, ਜਿਨ੍ਹਾਂ ਦੇ ਉੱਤਰ ਤੁਸੀਂ ਬੜੇ ਵਧੀਆ ਤਰੀਕੇ ਨਾਲ ਦਿੱਤੇ ਆ। ਤੇ ਹਰਮਨ ਜੀ, ਹੁਣ ਆਪਾਂ ਆਗਿਆ ਲਈਏ? ਜੀ ਬਿਲਕੁਲ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਦੁਬਾਰਾ ਜਦੋਂ ਕਿਤੇ ਮੌਕਾ ਮਿਲਿਆ ਆਪਾਂ ਫਿਰ ਵਿਚਾਰਾਂ ਦੀ ਸਾਂਝ ਜ਼ਰੂਰ ਪਾਵਾਂਗੇ। ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ। ਜਾਣਦਾ ਹੋ ਗਿਆ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।